ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਮੇਰਾ ਨਾਮ ਰਾਹੁਲ ਹੈ। ਇਸ ਦੁਨੀਆ 'ਚ ਲੋਕ ਚਮਕ ਦਮਕ ਅਤੇ ਖੂਬਸੂਰਤੀ ਦੇ ਬੜੇ ਸ਼ੌਕੀਨ ਹਨ, ਪਰ ਲੋਕ ਇਹ ਨਹੀਂ ਜਾਣਦੇ ਕਿ ਸਾਦਗੀ 'ਚ ਛੁਪੇ ਹੋਏ ਰਾਜ ਹਮੇਸ਼ਾ ਸੱਚਾਈ ਨੂੰ ਬਿਆਨ ਕਰਦੇ ਹਨ। ਰਾਹੁਲ ਮਠਿਆਈ ਭੰਡਾਰ ਦੇ ਨਾਮ 'ਤੇ ਮੇਰੀ ਬਹੁਤ ਵੱਡੀ ਮਠਿਆਈ ਦੀ ਦੁਕਾਨ ਆ। ਮੇਰੀ ਮਠਿਆਈ ਦੀ ਦੁਕਾਨ ਮੇਨ ਮਾਰਕੀਟ ਵਿੱਚ ਸੀ। ਮੇਰੀ ਦੁਕਾਨ ਬਹੁਤ ਫੇਮਸ ਸੀ, ਇਸ ਲਈ ਮੇਰੀ ਦੁਕਾਨ 'ਤੇ ਹਮੇਸ਼ਾ ਭੀੜ ਲੱਗੀ ਰਹਿੰਦੀ ਸੀ। ਮੈਂ ਸੁਬਾਹ ਆਪਣੇ ਹਲਵਾਈਆਂ ਦੇ ਨਾਲ ਮਿਲ ਕੇ ਖੁਦ ਮਠਿਆਈ ਬਣਾਉਂਦਾ ਸੀ, ਕਿਉਂਕਿ ਸਾਡੀ ਦੁਕਾਨ 'ਤੇ ਮਠਿਆਈ ਸ਼ੁੱਧ ਘਿਓ ਵਿੱਚ ਬਣਾਈ ਜਾਂਦੀ ਸੀ ਅਤੇ ਸਾਫ਼ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਸੀ। ਇਸ ਲਈ ਸਾਰੀ ਹੀ ਤਾਜ਼ਾ ਮਠਿਆਈ ਸ਼ਾਮ ਦੇ 4 ਵਜੇ ਤੱਕ ਖਤਮ ਹੋ ਜਾਂਦੀ ਸੀ। ਸ਼ਾਮ ਦੇ 4 ਵਜੇ ਮੇਰੀ ਦੁਕਾਨ 'ਤੇ ਗਰਮ-ਗਰਮ ਸਮੋਸੇ, ਕਚੌਰੀਆਂ ਵਿਕਦੀਆਂ ਸੀ, ਜਦ ਕਿ ਦੁੱਧ, ਦਹੀਂ, ਪਨੀਰ ਇਹ ਸਾਰਾ ਕੁਝ ਦਿਨ ਵਿੱਚ ਮਿਲਦੇ ਸੀ। ਉੱਪਰ ਵਾਲੇ ਦਾ ਦਿੱਤਾ ਸਭ ਕੁਝ ਮੇਰੇ ਕੋਲ ਸੀ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਮੇਰੇ ਘਰ 'ਚ ਮੇਰੀਆਂ 2 ਭੈਣਾਂ, ਬੁੱਢਾ ਮਾਂ ਪਿਓ ਅਤੇ ਵੱਡਾ ਭਰਾ ਅਤੇ ਭਾਬੀ ਮੌਜੂਦ ਸੀ। ਮੇਰੀ ਜ਼ਿੰਦਗੀ 'ਚ ਕਦੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਈ, ਕਿਉਂਕਿ ਉੱਪਰ ਵਾਲੇ ਨੇ ਮੈਨੂੰ ਸ਼ੁਰੂ ਤੋਂ ਹੀ ਬਹੁਤ ਕਾਮਯਾਬ ਬਣਾਇਆ ਸੀ। ਮੇਰੇ ਮਾਤਾ ਪਿਤਾ ਬਹੁਤ ਖੁਸ਼ ਹੁੰਦੇ ਸੀ ਕਿ ਮੈਂ ਆਪਣੀ ਹਲਵਾਈ ਦੀ ਛੋਟੀ ਜਿਹੀ ਦੁਕਾਨ ਨੂੰ ਵੱਡੇ ਹੋਟਲ ਵਿੱਚ ਬਦਲ ਲਿਆ ਹੈ। ਲੋਕ ਦੂਰ ਦੂਰ ਤੋਂ ਮੇਰੀ ਮਠਿਆਈ ਦੇ ਖਰੀਦਣ ਦੇ ਲਈ ਆਉਂਦੇ ਅਤੇ ਪੂਰੇ ਸ਼ਹਿਰ 'ਚ ਮੇਰੀ ਮਠਿਆਈ ਦਾ ਬਹੁਤ ਨਾਮ ਸੀ। ਵਕਤ ਲੰਘਣ ਦੇ ਨਾਲ ਨਾਲ ਮੇਰੀਆਂ ਦੋਨੋਂ ਭੈਣਾਂ ਦਾ ਵਿਆਹ ਹੋ ਗਿਆ। ਮੇਰੀ ਮਾਂ ਚਾਹੁੰਦੀ ਸੀ ਕਿ ਹੁਣ ਮੇਰਾ ਵੀ ਵਿਆਹ ਹੋ ਜਾਵੇ, ਪਰ ਮੇਰਾ ਕਿਤੇ ਰਿਸ਼ਤਾ ਨਹੀਂ ਹੋ ਰਿਹਾ ਸੀ, ਕਿਉਂਕਿ ਮੇਰਾ ਰੰਗ ਬਹੁਤ ਹੀ ਕਾਲਾ ਸੀ। ਮੈਂ ਦੇਖਣ 'ਚ ਜ਼ਿਆਦਾ ਸੋਹਣਾ ਵੀ ਨਹੀਂ ਸੀ, ਪਰ ਮੈਂ ਇੱਕ ਹੋਣਹਾਰ ਅਤੇ ਮਿਹਨਤੀ ਇਨਸਾਨ ਸੀ। ਮੇਰੀ ਮੰਮੀ ਦੀ ਖੁਆਇਸ਼ ਸੀ ਕਿ ਮੇਰੇ ਲਈ ਕੋਈ ਸੋਹਣੀ ਅਤੇ ਛੋਟੀ ਉਮਰ ਦੀ ਕੁੜੀ ਮਿਲ ਜਾਵੇ, ਪਰ ਅਜਿਹਾ ਨਾਮੁਮਕਿਨ ਸੀ। ਸਾਰੇ ਭੈਣ ਭਰਾਵਾਂ ਤੋਂ ਮੈਂ ਛੋਟਾ ਸੀ। ਮੇਰੇ ਵੱਡੇ 3 ਭੈਣ ਭਰਾ ਬਹੁਤ ਸੋਹਣੇ ਸੀ, ਤਾਂ ਹੀ ਉਹਨਾਂ ਦੇ ਵਿਆਹ ਉਹਨਾਂ ਦੀ ਠੀਕ ਉਮਰ 'ਚ ਹੋ ਗਏ। ਪ੍ਰੋਬਲਮ ਤਾਂ ਸਿਰਫ ਮੇਰੇ ਹੀ ਵਿਆਹ ਵਿੱਚ ਆ ਰਹੀ ਸੀ। ਫਿਲਹਾਲ ਮੈਂ ਆਪਣੇ ਵਿਆਹ ਦੀ ਗੱਲ ਨੂੰ ਆਪਣੇ ਦਿਮਾਗ 'ਚੋਂ ਕੱਢ ਕੇ ਰੱਖਿਆ। ਜਦੋਂ ਉੱਪਰ ਵਾਲੇ ਨੇ ਚਾਹਿਆ ਮੇਰਾ ਵਿਆਹ ਹੋ ਜਾਵੇਗਾ। ਸੁਬਾਹ ਸਾਰੇ ਹਲਵਾਈ ਆਉਂਦੇ ਅਤੇ ਉਹ ਆਪਣੇ ਕੰਮ ਕਰਕੇ ਚਲੇ ਜਾਂਦੇ। ਮੇਰੇ ਕੋਲ ਇੱਕ ਛੋਟਾ ਜਿਹਾ ਬੱਚਾ ਕੰਮ ਕਰਦਾ ਸੀ, ਜੋ ਸਾਰਾ ਦਿਨ ਦੁਕਾਨ 'ਤੇ ਮੇਰੇ ਨਾਲ ਰਹਿੰਦਾ। ਮੈਂ ਕਾਫੀ ਦਿਨਾਂ ਤੋਂ ਦੇਖ ਰਿਹਾ ਸੀ ਕਿ ਮੇਰੀ ਦੁਕਾਨ 'ਤੇ ਇੱਕ ਛੋਟੀ ਉਮਰ ਦੀ ਬਹੁਤ ਸੋਹਣੀ ਕੁੜੀ ਰੋਜ਼ ਹੀ ਆਉਂਦੀ ਆ। ਉਸ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਬਹੁਤ ਗਰੀਬ ਆ, ਪਰ ਮਠਿਆਈ ਦੀ ਦੁਕਾਨ 'ਤੇ ਆ ਕੇ ਡਿਸਪਲੇ 'ਤੇ ਜਿੰਨੀ ਵੀ ਮਠਿਆਈ ਲੱਗੀ ਹੁੰਦੀ, ਉਸ ਨੂੰ ਦੇਖ ਕੇ ਬੜੀ ਖੁਸ਼ ਹੁੰਦੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਨੂੰ ਭੁੱਖ ਲੱਗੀ ਹੋਈ ਆ, ਜਾਂ ਫਿਰ ਉਸ ਦਾ ਮਨ ਇਸ ਮਠਿਆਈ ਨੂੰ ਦੇਖ ਕੇ ਲਲਚਾ ਰਿਹਾ। ਮੈਂ ਉਸ ਨੂੰ ਮਠਿਆਈ ਖਾਣ ਦੇ ਲਈ ਕੱਢ ਕੇ ਦੇ ਦਿੰਦਾ ਤਾਂ ਉਹ ਬਹੁਤ ਖੁਸ਼ ਹੋ ਜਾਂਦੀ। ਮੇਰੀ ਦੁਕਾਨ ਦੀ ਮਠਿਆਈ ਸਭ ਤੋਂ ਜ਼ਿਆਦਾ ਮਹਿੰਗੀ ਅਤੇ ਸਵਾਦਿਸ਼ਟ ਹੁੰਦੀ ਸੀ। ਉਸ ਨੇ ਲਗਭਗ ਜ਼ਿਆਦਾਤਰ ਮਠਿਆਈ ਖਤਮ ਹੋ ਜਾਂਦੀ ਅਤੇ ਕਦੇ-ਕਦੇ ਉਹ ਕੁੜੀ ਸ਼ਾਮ ਦੇ ਟਾਈਮ 'ਤੇ ਮੇਰੀ ਦੁਕਾਨ 'ਤੇ ਆਉਂਦੀ। ਜਦੋਂ ਮੈਂ ਉਸ ਨੂੰ ਇਸ ਤਰ੍ਹਾਂ ਲਲਚਾਉਂਦੇ ਹੋਏ ਦੇਖਦਾ ਤਾਂ ਉਸ ਨੂੰ ਸਮੋਸਾ ਜਾਂ ਕਚੌਰੀ ਦੇਣ ਦੀ ਕੋਸ਼ਿਸ਼ ਕਰਦਾ, ਤਾਂ ਉਹ ਨਾ ਲੈਂਦੀ। ਬੜੀ ਅਜੀਬ ਕੁੜੀ ਸੀ। ਕਈ ਵਾਰ ਤਾਂ ਉਹ ਹਰ ਰੋਜ਼ ਮੇਰੀ ਦੁਕਾਨ 'ਤੇ ਆਉਂਦੀ ਅਤੇ ਕਦੇ-ਕਦੇ ਇਸ ਤਰ੍ਹਾਂ ਹੁੰਦਾ ਸੀ ਕਿ ਕਈ ਦਿਨ ਲੰਘ ਜਾਂਦੇ, ਉਹ ਮੈਨੂੰ ਕਿਤੇ ਵੀ ਨਜ਼ਰ ਨਾ ਆਉਂਦੀ। ਮੇਰੀ ਦੁਕਾਨ ਮੇਨ ਮਾਰਕੀਟ ਵਿੱਚ ਸੀ, ਇਸ ਲਈ ਉਹ ਵੀ ਨਹੀਂ, ਬਲਕਿ ਪਤਾ ਨਹੀਂ ਕਿੰਨੇ ਕੁ ਭਿਖਾਰੀ ਮੇਰੀ ਦੁਕਾਨ 'ਤੇ ਮਠਿਆਈ ਫ੍ਰੀ ਵਿੱਚ ਹੀ ਮੰਗਣ ਦੇ ਲਈ ਆਉਂਦੇ ਸੀ। ਉਹਨਾਂ ਨੂੰ ਨਾਰਾਜ਼ ਨਹੀਂ ਕਰਦਾ ਸੀ। ਕਦੇ ਮੈਂ ਉਹਨਾਂ ਨੂੰ ਪੈਸੇ ਦੇ ਦਿੰਦਾ ਅਤੇ ਕਦੇ ਆਪਣੀ ਦੁਕਾਨ 'ਚੋਂ ਕੱਢ ਕੇ ਥੋੜ੍ਹੀ ਜਿਹੀ ਮਠਿਆਈ ਉਹਨਾਂ ਨੂੰ ਦੇ ਦਿੰਦਾ। ਕਈ ਦਿਨ ਇਸ ਤਰ੍ਹਾਂ ਲੰਘ ਗਏ। ਜਦੋਂ ਮੇਰੀ ਮਾਂ ਨੇ ਮੈਨੂੰ ਇੱਕ ਵੱਡੀ ਖੁਸ਼ਖਬਰੀ ਸੁਣਾਈ। ਉਹਨਾਂ ਨੇ ਕਿਹਾ ਕਿ ਬੇਟਾ, ਮੇਰੀ ਖੁਆਇਸ਼ ਪੂਰੀ ਹੋ ਗਈ ਆ। ਮੈਂ ਤੇਰੇ ਲਈ ਜਿਵੇਂ ਦੀ ਕੁੜੀ ਲੱਭ ਰਹੀ ਸੀ, ਉਵੇਂ ਦੀ ਕੁੜੀ ਮੈਨੂੰ ਮਿਲ ਗਈ। ਮਾਂ ਦੀ ਗੱਲ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ ਕਿ ਆਖਰ ਇਹ ਸਭ ਕਿਵੇਂ ਹੋ ਗਿਆ। ਮਾਂ ਕਹਿਣ ਲੱਗੀ, ਤੂੰ ਨਹੀਂ ਜਾਣਦਾ, ਮੈਂ ਇੱਕ ਕੁੜੀ ਦੇਖੀ ਆ, ਗਰੀਬ ਪਰਿਵਾਰ ਦੀ ਆ, ਪਰ ਬਹੁਤ ਸੋਹਣੀ ਆ। ਉਹਦੀ ਖੂਬਸੂਰਤੀ ਸਭ ਦੇ ਅੱਗੇ ਫੇਲ ਆ। ਮੈਨੂੰ ਆਪਣੇ ਬੇਟੇ ਲਈ ਇਸ ਤਰ੍ਹਾਂ ਦੀ ਕੁੜੀ ਚਾਹੀਦੀ ਸੀ। ਮਾਂ ਦੀ ਗੱਲ ਸੁਣ ਕੇ ਮੈਂ ਨਿਰਾਸ਼ ਹੋਇਆ। ਮੈਂ ਮਾਂ ਨੂੰ ਕਿਹਾ, ਤੂੰ ਇਹ ਗੱਲ ਆਪਣੇ ਆਪ ਬਣਾ ਰਹੀ ਆ ਜਾਂ ਸੱਚਮੁੱਚ ਮੇਰੇ ਲਈ ਰਿਸ਼ਤਾ ਤੈਅ ਕਰ ਦਿੱਤਾ? ਮਾਂ ਕਹਿਣ ਲੱਗੀ, ਨਹੀਂ, ਮੈਂ ਖੁਦ ਇਹ ਗੱਲ ਕਿਉਂ ਬਣਾਵਾਂਗੀ। ਕੁੜੀ ਦੇ ਮਾਂ-ਬਾਪ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ ਆ। ਮੈਂ ਕੁੜੀ ਦੇ ਮੰਮੀ ਪਾਪਾ ਨੂੰ ਤੇਰੇ ਬਾਰੇ ਦੱਸਿਆ ਤਾਂ ਉਹਨਾਂ ਨੇ ਇਸ ਰਿਸ਼ਤੇ ਲਈ ਫੌਰਨ ਹਾਂ ਕਰ ਦਿੱਤੀ। ਉਹਨਾਂ ਨੂੰ ਤਾਂ ਤੈਨੂੰ ਦੇਖਣ ਦੀ ਜ਼ਰੂਰਤ ਵੀ ਨਹੀਂ ਪਈ, ਕਿਉਂਕਿ ਉਹਨਾਂ ਦੇ ਘਰ ਤੇਰੀ ਹੀ ਦੁਕਾਨ ਦੀ ਮਠਿਆਈ ਜਾਂਦੀ ਆ। ਕੁੜੀ ਦੇ ਪਿਤਾ ਬਹੁਤ ਹੀ ਖੁਸ਼ ਸੀ। ਆਖਰਕਾਰ ਉਹ ਸਮਝ ਗਏ ਸੀ ਕਿ ਸਾਡਾ ਬੇਟਾ ਬਹੁਤ ਕਮਾਉਂਦਾ, ਉਹਨਾਂ ਦੀ ਕੁੜੀ ਸਾਡੇ ਘਰ ਬਹੁਤ ਖੁਸ਼ ਰਹੇਗੀ, ਤਾਂ ਹੀ ਤਾਂ ਉਹਨਾਂ ਨੇ ਆਪਣੀ ਕੁੜੀ ਦਾ ਹੱਥ ਤੇਰੇ ਹੱਥ ਦੇਣ ਲਈ ਫੈਸਲਾ ਕਰ ਲਿਆ ਅਤੇ ਉਹ ਜਲਦੀ ਵਿਆਹ ਕਰਨਾ ਚਾਹੁੰਦੇ ਆ। ਮੈਂ ਵੀ ਸੋਚ ਲਿਆ ਕਿ ਕੱਲ੍ਹ ਹੀ ਮੈਂ ਸਾਰਾ ਹੀ ਪਰਿਵਾਰ ਨੂੰ ਲੈ ਕੇ ਉਹਨਾਂ ਦੇ ਘਰ ਜਾਵਾਂਗੀ ਅਤੇ ਆਪਣੀ ਨੂੰਹ ਨੂੰ ਸੋਨੇ ਦੇ ਕੰਗਣ ਅਤੇ ਸੋਨੇ ਦੀ ਅੰਗੂਠੀ ਅਤੇ ਕੁਝ ਕੱਪੜੇ ਵਗੈਰਾ ਲੈ ਕੇ ਜਾਵਾਂਗੀ, ਤਾਂ ਕਿ ਰਿਸ਼ਤਾ ਪੱਕਾ ਕਰ ਸਕਾਂ।
ਮਾਂ ਦੀ ਗੱਲ ਸੁਣ ਕੇ ਮੈਨੂੰ ਆਪਣੇ ਕੰਨਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮਾਂ ਮੈਨੂੰ ਮਜ਼ਾਕ ਕਰ ਰਹੀ ਆ, ਪਰ ਮੇਰੀ ਭਾਬੀ ਨੇ ਦੱਸਿਆ ਕਿ ਮਾਂ ਬਿਲਕੁਲ ਸਹੀ ਕਹਿ ਰਹੀ ਆ। ਕੁੜੀ ਬਹੁਤ ਸੋਹਣੀ ਆ। ਉਸ ਦੀ ਫੈਮਿਲੀ ਤਾਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲੀ ਸਮਝ ਰਹੇ ਆ ਕਿ ਉਹਨਾਂ ਦੀ ਬੇਟੀ ਲਈ ਰਾਹੁਲ ਦਾ ਰਿਸ਼ਤਾ ਆਇਆ। ਉਸ ਰਾਹੁਲ ਦਾ ਜਿਸ ਦੀ ਮਠਿਆਈ ਦਾ ਟੇਸਟ ਹਰ ਇਨਸਾਨ ਦੀ ਜ਼ੁਬਾਨ 'ਤੇ ਆ। ਭਾਬੀ ਨੇ ਜਦੋਂ ਮੈਨੂੰ ਡਿਟੇਲ ਨਾਲ ਪੂਰੀ ਗੱਲ ਦੱਸੀ ਤਾਂ ਮੈਨੂੰ ਇਸ ਗੱਲ 'ਤੇ ਯਕੀਨ ਹੋਇਆ। ਮੈਂ ਬਹੁਤ ਖੁਸ਼ ਹੋਇਆ। ਆਖਰਕਾਰ ਸੋਹਣੀ ਪਤਨੀ ਦਾ ਅਰਮਾਨ ਤਾਂ ਹਰ ਕੋਈ ਰੱਖਦਾ। ਮੈਂ ਤਾਂ ਵੈਸੇ ਵੀ ਕਿਸੇ ਸੋਹਣੀ ਕੁੜੀ ਨੂੰ ਦੇਖ ਲੈਂਦਾ ਤਾਂ ਆਪਣਾ ਆਪ ਗਵਾ ਲੈਂਦਾ ਸੀ। ਆਪਣੇ ਆਪ ਨੂੰ ਕੋਸਣ ਲੱਗ ਜਾਂਦਾ ਸੀ ਕਿ ਜੇ ਮੈਂ ਸਮਾਰਟ ਮੁੰਡਿਆਂ 'ਚ ਹੁੰਦਾ ਤਾਂ ਮੈਂ ਫੌਰਨ ਇਸ ਕੁੜੀ ਨੂੰ ਪ੍ਰਪੋਜ਼ ਕਰ ਦਿੰਦਾ। ਕਿਸੇ ਵੀ ਸੋਹਣੀ ਕੁੜੀ ਨੂੰ ਦੇਖ ਕੇ ਮੈਨੂੰ ਮਜਬੂਰਨ ਆਪਣੇ ਅਰਮਾਨ ਦਬਾ ਕੇ ਰੱਖਣੇ ਪੈਂਦੇ ਸੀ। ਪਰ ਹੁਣ ਮੇਰੀ ਜ਼ਿੰਦਗੀ 'ਚ ਸੋਹਣੀ ਕੁੜੀ ਸ਼ਾਮਲ ਹੋਣ ਵਾਲੀ ਸੀ। ਮੇਰੀ ਮਾਂ ਨੇ ਮੈਨੂੰ ਉਸ ਕੁੜੀ ਦੀ ਫੋਟੋ ਦਿਖਾਈ ਤਾਂ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹੋਇਆ, ਕਿਉਂਕਿ ਮੈਨੂੰ ਉਮੀਦ ਨਹੀਂ ਸੀ ਕਿ ਮੇਰੀ ਜ਼ਿੰਦਗੀ 'ਚ ਇੰਨੀ ਸੋਹਣੀ ਕੁੜੀ ਆ ਜਾਵੇਗੀ। 2 ਮਹੀਨੇ ਪਹਿਲਾਂ ਉਸ ਨਾਲ ਰਿਸ਼ਤਾ ਹੋਇਆ ਸੀ। ਮੇਰੀ ਮਾਂ ਉਸ ਦੇ ਲਈ ਹੁਣ ਤੱਕ ਪਤਾ ਨਹੀਂ ਕਿੰਨੇ ਕੁ ਗਿਫਟ ਲੈ ਚੁੱਕੀ ਸੀ, ਕਿਉਂਕਿ ਜਦੋਂ ਮੇਰੇ ਵੱਡੇ ਭਰਾ ਦਾ ਵਿਆਹ ਹੋਇਆ ਉਹਨਾਂ ਨੇ ਮੇਰੀ ਭਾਬੀ ਨੂੰ ਲੈਣ ਦੇਣ ਵਿੱਚ ਕੁਝ ਇਸ ਤਰ੍ਹਾਂ ਹੀ ਕੀਤਾ ਸੀ। ਹੁਣ ਤਾਂ ਉਹਨਾਂ ਦੇ ਛੋਟੇ ਤੇ ਲਾਡਲੇ ਬੇਟੇ ਦਾ ਵਿਆਹ ਹੋਣ ਜਾ ਰਿਹਾ ਸੀ, ਇਸ ਲਈ ਮੇਰੀ ਮਾਂ ਹੋਰ ਜ਼ਿਆਦਾ ਖੁਸ਼ ਸੀ। ਮੇਰਾ ਪੂਰਾ ਪਰਿਵਾਰ ਮੇਰੀ ਵਿਆਹ ਦੀਆਂ ਖੁਸ਼ੀਆਂ ਮਨਾ ਰਿਹਾ ਸੀ। ਫਿਰ ਮੇਰੇ ਵਿਆਹ ਦਾ ਸਮਾਂ ਆ ਗਿਆ। ਮੇਰਾ ਵਿਆਹ ਬਹੁਤ ਹੀ ਧੂਮਧਾਮ ਨਾਲ ਹੋਇਆ। ਕੁੜੀ ਦੀ ਫੈਮਿਲੀ ਨੇ ਮੈਨੂੰ ਆਪਣਾ ਜਵਾਈ ਬਣਾਉਣ ਲਈ ਬਹੁਤ ਹੀ ਖੁਸ਼ ਸੀ। ਉਹ ਲੋਕ ਗਰੀਬ ਸੀ, ਇਸ ਲਈ ਆਪਣੇ ਵੱਲੋਂ ਜਿੰਨਾ ਹੋ ਸਕਿਆ ਉਨਾ ਇੰਤਜ਼ਾਮ ਕੀਤਾ। ਕਿਸੇ ਚੀਜ਼ ਨੂੰ ਲੈ ਕੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਸੀ। ਵੈਸੇ ਵੀ ਸਾਨੂੰ ਸਿਰਫ ਤੇ ਸਿਰਫ ਕੁੜੀ ਨਾਲ ਮਤਲਬ ਸੀ, ਉਸ ਦੀ ਫੈਮਿਲੀ ਨਾਲ ਨਹੀਂ। ਮੇਰੀ ਪਤਨੀ ਵਿਦਾ ਹੋ ਕੇ ਮੇਰੇ ਘਰ ਆ ਗਈ। ਮੇਰੇ ਪਾਪਾ ਨੇ ਵਿਆਹ 'ਤੇ ਬਹੁਤ ਵਧੀਆ ਡੈਕੋਰੇਸ਼ਨ ਕਰਵਾਈ। ਮੇਰੀ ਪਤਨੀ ਨੂੰ ਮੇਰੇ ਕਮਰੇ 'ਚ ਭੇਜ ਦਿੱਤਾ ਗਿਆ। ਵਿਆਹ ਵਾਲੇ ਦਿਨ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਮੈਂ ਆਪਣੇ ਕਮਰੇ ਵੱਲ ਜਾ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਅੱਜ ਤੋਂ ਬਾਅਦ ਮੇਰੀ ਜ਼ਿੰਦਗੀ ਬਦਲ ਜਾਵੇਗੀ। ਮੇਰੀ ਜ਼ਿੰਦਗੀ ਬਹੁਤ ਹੀ ਹਸੀਨ ਕੁੜੀ ਆ ਜਾਵੇਗੀ। ਮੈਂ ਸੋਚ ਲਿਆ ਕਿ ਮੈਂ ਆਪਣੀ ਪਤਨੀ ਨੂੰ ਰਾਜਕੁਮਾਰੀ ਬਣਾ ਕੇ ਰੱਖਾਂਗਾ। ਮੈਨੂੰ ਪੈਸਿਆਂ ਦੀ ਤਾਂ ਕੋਈ ਕਮੀ ਨਹੀਂ ਸੀ। ਮੇਰੀ ਪਤਨੀ ਜਿਵੇਂ ਮੈਨੂੰ ਕਹੇਗੀ ਮੈਂ ਉਸ ਦੇ ਲਈ ਸਭ ਕੁਝ ਕਰਾਂਗਾ। ਮੈਂ ਉਸ ਦੇ ਲਈ ਬਹੁਤ ਸਾਰੇ ਗਿਫਟ ਵੀ ਖਰੀਦੇ। ਜਦੋਂ ਮੈਂ ਮਾਰਕੀਟ ਗਿਆ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੇ ਲਈ ਕੀ ਗਿਫਟ ਲਵਾਂ, ਪਰ ਮੈਨੂੰ ਕੁੜੀਆਂ ਦੇ ਸਮਾਨ 'ਚ ਜੋ ਚੀਜ਼ ਯਾਦ ਆਈ ਮੈਂ ਸਾਰਾ ਸਮਾਨ ਆਪਣੀ ਪਤਨੀ ਨੂੰ ਗਿਫਟ ਕਰਨ ਦੇ ਲਈ ਲੈ ਲਿਆ। ਮੇਰੇ ਲਈ ਤਾਂ ਉਹ ਸਮਾਨ ਲੈਣਾ ਕੋਈ ਮਾਮੂਲੀ ਗੱਲ ਸੀ। ਮੈਂ ਆਪਣੀ ਪਤਨੀ ਦੀ ਖੁਆਇਸ਼ ਪੂਰੀ ਕਰਨ ਦੇ ਲਈ ਕੁਝ ਵੀ ਕਰ ਸਕਦਾ ਸੀ। ਮੈਨੂੰ ਪੂਰੀ ਉਮੀਦ ਸੀ ਕਿ ਮੇਰੀ ਪਤਨੀ ਨੂੰ ਇਹ ਸਭ ਕੁਝ ਪਸੰਦ ਆ ਜਾਵੇਗਾ। ਮੈਂ ਕਮਰੇ ਦੇ ਅੰਦਰ ਗਿਆ ਤਾਂ ਸਾਹਮਣੇ ਦਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਿਆ। ਮੈਂ ਤਾਂ ਸਮਝਦਾ ਸੀ ਕਿ ਦੁਲਹਨ ਬਣੀ ਹੋਈ ਘੁੰਡ ਕੱਢ ਕੇ ਆਪਣੇ ਚਿਹਰੇ ਨੂੰ ਛੁਪਾ ਕੇ ਬੈੱਡ 'ਤੇ ਬੈਠੀ ਹੋਵੇਗੀ, ਪਰ ਉਸਨੇ ਤਾਂ ਆਪਣਾ ਦੁਪੱਟਾ ਲਾਹ ਕੇ ਬੈੱਡ 'ਤੇ ਰੱਖਿਆ ਹੋਇਆ ਸੀ ਤੇ ਉਹ ਫੁੱਲਾਂ ਦੀ ਸੇਜ 'ਤੇ ਨਹੀਂ ਬਲਕਿ ਸੋਫੇ 'ਤੇ ਬੈਠੀ ਹੋਈ ਸੀ। ਮੈਂ ਸੋਚਿਆ ਕਿ ਮੈਂ ਕਮਰੇ 'ਚ ਜਾ ਕੇ ਸਭ ਤੋਂ ਪਹਿਲਾਂ ਉਸ ਦਾ ਘੁੰਡ ਚੁੱਕਾਂਗਾ, ਉਸ ਦੀ ਤਾਰੀਫ ਕਰਾਂਗਾ, ਉਸ ਨੂੰ ਮੂੰਹ ਦਿਖਾਈ ਤੇ ਗਿਫਟ ਦੇਵਾਂਗਾ। ਮੈਂ ਜੋ ਅਸਲੀ ਸੋਨੇ ਦੀ ਚੇਨ ਬਣਾਈ ਸੀ ਉਸ ਦੀ ਪਤਲੀ ਗਰਦਨ 'ਚ ਆਪਣੇ ਹੱਥਾਂ ਨਾਲ ਪਾਵਾਂਗਾ। ਉਸ ਦੇ ਬਾਅਦ ਮੈਂ ਉਸ ਨਾਲ ਕਿ ਸਾਡੇ ਰਿਸ਼ਤੇ ਦੀ ਹਸੀਨ ਸ਼ੁਰੂਆਤ ਹੋ ਸਕੇ। ਪਰ ਉਹ ਤਾਂ ਬੈੱਡ 'ਤੇ ਬੈਠੀ ਹੀ ਨਹੀਂ ਸੀ। ਉਸਨੇ ਦੁਲਹਨ ਵਾਲੇ ਕੱਪੜੇ ਵੀ ਬੈੱਡ 'ਤੇ ਹੀ ਪਏ ਸੀ। ਦੁਲਹਨ ਦਾ ਜੋੜਾ ਤੇ ਸਾਰੇ ਗਹਿਣੇ ਲਾ ਕੇ ਮਾਮੂਲੀ ਜਿਹਾ ਸੂਟ ਪਾ ਲਿਆ। ਇਹ ਸਭ ਕੁਝ ਦੇਖ ਕੇ ਮੈਨੂੰ ਜ਼ੋਰਦਾਰ ਝਟਕਾ ਲੱਗਿਆ। ਮੇਰਾ ਚਿਹਰਾ ਤਾਂ ਉਸ ਸਮੇਂ ਉਦਾਸ ਹੋ ਗਿਆ। ਮੇਰੇ ਬਹੁਤ ਸਾਰੇ ਫਰੈਂਡ ਸੀ, ਇਸ ਲਈ ਮੈਂ ਆਪਣੇ ਫਰੈਂਡਸ ਦੇ ਮੂੰਹੋਂ ਸੁਣਿਆ ਸੀ ਕਿ ਵਿਆਹ ਦੀ ਪਹਿਲੀ ਰਾਤ ਉਹਨਾਂ ਦੀ ਪਤਨੀ ਨਾਰਾਜ਼ ਹੋ ਗਈ ਸੀ, ਪਰ ਮੈਂ ਆਪਣੀ ਪਤਨੀ ਨੂੰ ਕਿਸੇ ਵੀ ਹਾਲ 'ਚ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ। ਉਸ ਨੂੰ ਦੇਖ ਕੇ ਅੰਦਾਜ਼ਾ ਹੋ ਰਿਹਾ ਸੀ ਕਿ ਮੇਰੀ ਪਤਨੀ ਨਾਰਾਜ਼ ਆ, ਪਰ ਮੇਰੀ ਪਤਨੀ ਨਾਰਾਜ਼ ਕਿਉਂ ਸੀ ਇਹ ਤਾਂ ਮੈਂ ਨਹੀਂ ਜਾਣਦਾ ਸੀ। ਜ਼ਿਆਦਾਤਰ ਮੁੰਡੇ ਕੁੜੀਆਂ ਰਿਸ਼ਤਾ ਹੋਣ ਤੋਂ ਬਾਅਦ ਇੱਕ ਦੂਜੇ ਨਾਲ ਫੋਨ 'ਤੇ ਗੱਲ ਕਰਦੇ ਆ, ਪਰ ਮੇਰੀ ਪਤਨੀ ਨਾਲ ਤਾਂ ਅੱਜ ਤੱਕ ਮੇਰੀ ਹੈਲੋ ਹਾਏ ਵੀ ਨਹੀਂ ਹੋਈ ਸੀ। ਅੱਜ ਪਹਿਲੀ ਵਾਰ ਮੈਂ ਉਸ ਨਾਲ ਗੱਲ ਕਰਨ ਜਾ ਰਿਹਾ ਸੀ। ਮੈਂ ਤਾਂ ਆਪਣੀ ਪਤਨੀ ਨੂੰ ਦੁਲਹਨ ਦੇ ਰੂਪ ਵਿੱਚ ਦੇਖਣਾ ਚਾਹੁੰਦਾ ਸੀ। ਵਿਆਹ ਦੇ ਦੌਰਾਨ ਜਦੋਂ ਅਸੀਂ ਦੋਨੋਂ ਪਤੀ ਪਤਨੀ ਮੰਡਪ 'ਤੇ ਬੈਠੇ ਸਾਰੀਆਂ ਰਸਮਾਂ ਕਰ ਰਹੇ ਸੀ, ਮੈਂ ਉਦੋਂ ਵੀ ਨਜ਼ਰਾਂ ਝੁਕਾ ਕੇ ਬੈਠਾ ਹੋਇਆ ਸੀ, ਕਿਉਂਕਿ ਮੈਨੂੰ ਸਭ ਦੇ ਸਾਹਮਣੇ ਉਸ ਨੂੰ ਦੇਖਣ 'ਚ ਬਹੁਤ ਸ਼ਰਮ ਆ ਰਹੀ ਸੀ। ਮੈਂ ਸੋਚ ਲਿਆ ਸੀ ਕਿ ਮੈਂ ਆਪਣੇ ਕਮਰੇ 'ਚ ਜਾ ਕੇ ਉਸ ਨੂੰ ਆਰਾਮ ਨਾਲ ਦੇਖਾਂਗਾ। ਮੈਂ ਤਾਂ ਉਸ ਨੂੰ ਚੰਗੀ ਤਰ੍ਹਾਂ ਦੇਖਿਆ ਵੀ ਨਹੀਂ ਸੀ। ਉਸ ਨੇ ਆਪਣੇ ਕੱਪੜੇ ਬਦਲ ਲਏ। ਮੈਂ ਸੋਚਿਆ ਚਲੋ ਕੋਈ ਗੱਲ ਨਹੀਂ, ਹੁਣ ਉਹ ਮੇਰੀ ਪਤਨੀ ਬਣ ਚੁੱਕੀ ਆ। ਉਹਦਾ ਤੇ ਮੇਰਾ ਸਾਰੀ ਜ਼ਿੰਦਗੀ ਦਾ ਸਾਥ ਆ। ਹੁਣ ਉਹ ਹਮੇਸ਼ਾ ਮੇਰੇ ਨਾਲ ਰਹੇਗੀ। ਫਿਰ ਕਿਸੇ ਦਿਨ ਉਸ ਨੂੰ ਕਹਾਂਗਾ ਕਿ ਉਹ ਮੇਰੀ ਖਾਤਰ ਦੁਬਾਰਾ ਦੁਲਹਨ ਬਣ ਜਾਵੇ। ਮੈਂ ਆਪਣੀ ਪਤਨੀ ਦੇ ਕੱਪੜੇ ਬੈੱਡ ਤੋਂ ਚੁੱਕ ਕੇ ਇੱਕ ਸਾਈਡ 'ਤੇ ਰੱਖ ਦਿੱਤੇ ਤੇ ਮੈਂ ਸੋਫੇ 'ਤੇ ਜਾ ਕੇ ਉਸ ਦੇ ਬਰਾਬਰ ਬੈਠ ਗਿਆ। ਮੈਂ ਬੜੀ ਗੌਰ ਨਾਲ ਦੇਖਿਆ, ਉਸਨੇ ਸਾਰਾ ਮੇਕਅਪ ਵੀ ਸਾਫ਼ ਕਰ ਲਿਆ ਸੀ। ਉਹ ਦੁਲਹਨ ਬਣੀ ਬਹੁਤ ਸੋਹਣੀ ਲੱਗ ਰਹੀ ਸੀ, ਪਰ ਉਹ ਦੇਖਣ 'ਚ ਇੰਨੀ ਸੋਹਣੀ ਸੀ ਕਿ ਉਹਦੇ ਨਾਲ
ਸਾਰੀ ਜ਼ਿੰਦਗੀ ਗੁਜ਼ਾਰਾ ਹੋ ਸਕਦਾ ਸੀ। ਉਸ ਦਾ ਨਾਮ ਨੀਲਮ ਸੀ। ਮੈਂ ਕਿਹਾ, ਤੂੰ ਠੀਕ ਆ? ਤੂੰ ਕੱਪੜੇ ਕਿਉਂ ਚੇਂਜ ਕਰ ਲਏ? ਸ਼ਾਇਦ ਤੈਨੂੰ ਹੈਵੀ ਕੱਪੜਿਆਂ ਨਾਲ ਘਬਰਾਹਟ ਹੋ ਰਹੀ ਹੋਵੇਗੀ। ਉਹ ਨਜ਼ਰ ਝੁਕਾ ਕੇ ਬੈਠੀ ਸੀ। ਮੇਰੇ ਸਵਾਲ ਕਰਨ 'ਤੇ ਉਸਨੇ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੀ ਕਿ ਮੈਨੂੰ ਭਾਰੇ ਕੱਪੜਿਆਂ 'ਚ ਉਲਝਣ ਹੋ ਰਹੀ ਸੀ। ਮੈਂ ਇੰਨੀ ਦੇਰ ਇਹਨਾਂ ਕੱਪੜਿਆਂ 'ਚ ਨਹੀਂ ਬੈਠ ਸਕਦੀ। ਮੈਂ ਕਿਹਾ, ਉਹ ਸੌਰੀ, ਮੈਨੂੰ ਮਾफ़ ਕਰ ਦੇ। ਮੈਨੂੰ ਆਈਡੀਆ ਨਹੀਂ ਸੀ ਕਿ ਤੁਸੀਂ ਮੇਰੀ ਉਡੀਕ ਕਰ ਰਹੇ ਹੋਵੋਗੇ। ਜਦੋਂ ਕਿ ਮੈਂ ਟਾਈਮ 'ਤੇ ਹੀ ਆਪਣੇ ਕਮਰੇ ਵਿੱਚ ਅੰਦਰ ਆਇਆ ਸੀ। ਉਸਨੇ ਮੇਰੇ ਸਵਾਲ ਦਾ ਕੋਈ ਜਵਾਬ ਨਾ ਦਿੱਤਾ। ਉਹ ਉੱਠ ਕੇ ਬੈੱਡ 'ਤੇ ਚਲੀ ਗਈ। ਮੈਂ ਵੀ ਉੱਠਿਆ ਤੇ ਉਸਦੇ ਬਰਾਬਰ ਜਾ ਕੇ ਬੈਠ ਗਿਆ। ਪਰ ਇਸ ਤੋਂ ਪਹਿਲਾਂ ਮੈਂ ਆਪਣੇ ਸਾਰੇ ਬੈਗ ਚੁੱਕ ਲਏ ਜੋ ਮੈਂ ਉਸਦੇ ਲਈ ਸਾਰੇ ਗਿਫਟ ਲੈ ਕੇ ਆਇਆ ਸੀ। ਮੈਂ ਉਸਦੇ ਸਾਰੇ ਗਿਫਟ ਉਸਦੇ ਸਾਹਮਣੇ ਰੱਖ ਦਿੱਤੇ ਤੇ ਉਸਨੂੰ ਕਿਹਾ, ਇਹ ਸਭ ਕੁਝ ਮੈਂ ਤੇਰੇ ਲਈ ਲੈ ਕੇ ਆਇਆ। ਉਸਨੇ ਸਾਰੇ ਸਮਾਨ ਵਿੱਚੋਂ ਕਿਸੇ ਵੀ ਇੱਕ ਚੀਜ਼ ਨੂੰ ਹੱਥ ਤੱਕ ਨਹੀਂ ਲਾਇਆ। ਮੈਂ ਕਿਹਾ, ਤੂੰ ਇਹ ਸਾਰਾ ਸਮਾਨ ਕੱਢ ਕੇ ਨਹੀਂ ਦੇਖੇਂਗੀ? ਉਹ ਕਹਿਣ ਲੱਗੀ, ਜੇ ਮੈਂ ਇਸ ਨੂੰ ਗਿਫਟਾਂ ਨੂੰ ਹੱਥ ਲਾ ਦਿੱਤਾ ਤਾਂ ਇਹ ਸਾਰੇ ਡਬਲ ਹੋ ਜਾਣਗੇ। ਮੈਂ ਕਿਹਾ, ਜੋ ਤੂੰ ਕਹੇਂਗੀ ਮੈਂ ਤੇਰੇ ਲਈ ਹਾਜ਼ਰ ਕਰ ਸਕਦਾ। ਉਸਨੇ ਕਿਹਾ, ਕੋਈ ਜ਼ਰੂਰਤ ਨਹੀਂ, ਮੈਨੂੰ ਨਾਮ ਲੈ ਕੇ ਬੁਲਾਓ, ਮੇਰਾ ਨਾਮ ਨੀਲਮ ਆ। ਇਹ ਕਹਿ ਕੇ ਉਹ ਉੱਠ ਕੇ ਖੜੀ ਹੋ ਗਈ। ਮੈਂ ਕਿਹਾ, ਚੱਲ ਇਹ ਤਾਂ ਹੋਰ ਵੀ ਵਧੀਆ ਗੱਲ ਆ, ਮੈਂ ਤੈਨੂੰ ਨੀਲਮ ਕਹਿ ਕੇ ਬੁਲਾਵਾਂਗਾ। ਤੂੰ ਇਹ ਗਿਫਟ ਖੋਲ੍ਹ ਕੇ ਤਾਂ ਦੇਖ, ਮੈਂ ਤੇਰੇ ਲਈ ਬੜੇ ਪਿਆਰ ਨਾਲ ਲੈ ਕੇ ਆਇਆ। ਮੇਰੇ ਕੋਲ ਬੈਠ। ਮੇਰੀ ਗੱਲ ਸੁਣ ਕੇ ਕਹਿਣ ਲੱਗੀ, ਮੈਨੂੰ ਤੇਰੇ ਕੋਲ ਬੈਠਣ ਦਾ ਕੋਈ ਸ਼ੌਂਕ ਨਹੀਂ। ਮੈਂ ਸਭ ਜਾਣਦੀ ਹਾਂ ਕਿ ਤੂੰ ਇਹ ਹਰਕਤਾਂ ਕਿਉਂ ਕਰ ਰਿਹਾ। ਮੈਂ ਕਿਹਾ, ਕਿਹੜੀਆਂ ਹਰਕਤਾਂ? ਇਹ ਹਰਕਤਾਂ ਨਾ ਕਰਾਂ ਤਾਂ ਹੋਰ ਕਿਹੜੀਆਂ ਹਰਕਤਾਂ ਕਰਾਂ? ਤੂੰ ਮੇਰੀ ਪਤਨੀ ਆ ਤੇ ਅੱਜ ਸਾਡਾ ਵਿਆਹ ਹੋਇਆ ਤੇ ਸਾਡੇ ਵਿਆਹ ਦੀ ਪਹਿਲੀ ਰਾਤ ਆ। ਉਸਨੇ ਕਿਹਾ, ਮੈਂ ਇਹ ਸਭ ਗੱਲਾਂ ਪਹਿਲੇ ਦਿਨ ਤੋਂ ਹੀ ਸਿੱਧੇ ਤਰੀਕੇ ਨਾਲ ਦੱਸ ਦੇਣਾ ਚਾਹੁੰਦੀ ਆ ਕਿ ਇਹ ਵਿਆਹ ਮੇਰੀ ਮਰਜ਼ੀ ਨਾਲ ਨਹੀਂ ਹੋਇਆ। ਮੇਰੇ ਮੰਮੀ ਪਾਪਾ ਨੇ ਜ਼ਬਰਦਸਤੀ ਮੇਰਾ ਤੇਰੇ ਨਾਲ ਵਿਆਹ ਕੀਤਾ। ਮੈਨੂੰ ਕੋਈ ਪਾਗਲ ਕੁੱਤੇ ਨੇ ਨਹੀਂ ਕੱਟਿਆ ਜੋ ਮੈਂ ਇਹ ਬਦਸ਼ਕਲ ਮੁੰਡੇ ਨਾਲ ਵਿਆਹ ਕਰਵਾਉਂਦੀ। ਮੈਂ ਸੋਹਣੀ ਗੋਰੀ ਚਿੱਟੀ ਛੋਟੀ ਉਮਰ ਦੀ ਕੁੜੀ ਤੇ ਕਿੱਥੇ ਤੂੰ ਪਿਓਰ ਕਾਲੇ ਰੰਗ ਦਾ ਵੱਡੀ ਉਮਰ ਦਾ ਇਨਸਾਨ। ਮੇਰੇ ਪੇਰੈਂਟਸ ਨੇ ਮੇਰਾ ਵਿਆਹ ਤੇਰੇ ਨਾਲ ਇਸ ਲਈ ਕਰਵਾਇਆ ਕਿਉਂਕਿ ਉਹ ਗਰੀਬ ਆ ਤੇ ਗਰੀਬਾਂ ਦੀਆਂ ਕੁੜੀਆਂ ਦਾ ਵਿਆਹ ਗਰੀਬਾਂ 'ਚ ਹੀ ਹੁੰਦਾ। ਜੇ ਗਰੀਬਾਂ ਦੀ ਬੇਟੀ ਲਈ ਕਿਸੇ ਅਮੀਰ ਪਰਿਵਾਰ ਦਾ ਰਿਸ਼ਤਾ ਆ ਜਾਵੇ ਤਾਂ ਉਹ ਆਪਣੇ ਆਪ ਨੂੰ ਬਹੁਤ ਭਾਗਾਂ ਵਾਲੇ ਸਮਝਦੇ ਆ। ਮੇਰੇ ਪੇਰੈਂਟਸ ਵੀ ਤੈਨੂੰ ਆਪਣੇ ਘਰ ਦਾ ਜਵਾਈ ਬਣਾ ਕੇ ਬਹੁਤ ਖੁਸ਼ ਆ। ਮੈਨੂੰ ਤਾਂ ਕੋਈ ਵੀ ਸੋਹਣਾ ਮੁੰਡਾ ਮਿਲ ਸਕਦਾ ਸੀ ਪਰ ਮੇਰੇ ਪੇਰੈਂਟਸ ਨੇ ਮੇਰਾ ਵਿਆਹ ਸਿਰਫ ਤੇਰੇ ਪੈਸਾ ਦੇਖ ਕੇ ਤੇਰੇ ਨਾਲ ਕਰ ਦਿੱਤਾ। ਪਰ ਤੂੰ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਤੇ ਨਾ ਹੀ ਮੈਂ ਤੈਨੂੰ ਆਪਣਾ ਪਤੀ ਸਵੀਕਾਰ ਕਰਾਂਗੀ। ਇਸ ਲਈ ਮੇਰੇ ਤੋਂ ਦੂਰ ਰਹਿ। ਇਹ ਨਾ ਸਮਝੀ ਕਿ ਮੇਰਾ ਵਿਆਹ ਤੇਰੇ ਨਾਲ ਹੋ ਗਿਆ ਤੇ ਜੋ ਤੂੰ ਮੇਰੇ ਨਾਲ ਚਾਹੇ ਉਹ ਕਰ ਸਕਦਾ। ਮੈਂ ਕੋਈ ਰਬੜ ਦੀ ਗੁੱਡੀ ਨਹੀਂ ਜੋ ਤੂੰ ਮੈਨੂੰ ਇਸਤੇਮਾਲ ਕਰਦਾ ਰਹੇਗਾ ਤੇ ਮੈਂ ਚੁੱਪ ਰਹਾਂਗੀ। ਉਸ ਦੀ ਇਹ ਗੱਲ ਸੁਣ ਕੇ ਮੇਰੇ ਦਿਲ ਨੂੰ ਇੱਕ ਅਜੀਬ ਜਿਹੀ ਠੇਸ ਪਹੁੰਚੀ ਪਰ ਫਿਰ ਮੈਂ ਆਪਣੇ ਚਿਹਰੇ 'ਤੇ ਮੁਸਕਰਾਹਟ ਸਜਾਈ ਹੋਈ ਸੀ। ਮੈਂ ਕਿਹਾ, ਅੱਛਾ ਠੀਕ ਆ, ਤੂੰ ਜਿਵੇਂ ਚਾਹੁੰਦੀ ਆ ਉਵੇਂ ਹੋਵੇਗਾ। ਤੂੰ ਮੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ, ਮੇਰੇ ਨਾਲ ਬੈਠਣਾ ਨਹੀਂ ਚਾਹੁੰਦੀ ਤਾਂ ਮੈਨੂੰ ਦੱਸ ਦੇ। ਵਿਆਹ ਦੀ ਪਹਿਲੀ ਰਾਤ ਪਤਨੀ ਨੂੰ ਇੰਪ੍ਰੈਸ ਕਿਵੇਂ ਕੀਤਾ ਜਾਂਦਾ? ਆਖਰਕਾਰ ਮੈਂ ਅਜਿਹਾ ਕੀ ਕੰਮ ਕਰਾਂ ਜਿਸ ਨਾਲ ਤੂੰ ਇੰਪ੍ਰੈਸ ਹੋ ਜਾਵੇਂ? ਮੇਰੀ ਕੁਝ ਵੀ ਸਮਝ 'ਚ ਨਹੀਂ ਆ ਰਿਹਾ ਸੀ ਕਿਉਂਕਿ ਬਸ ਮੈਨੂੰ ਤਾਂ ਆਪਣੀ ਪਤਨੀ ਨੂੰ ਆਪਣਾ ਬਣਾਉਣਾ ਸੀ। ਮੈਂ ਉਸ ਨੂੰ ਕਿਹਾ, ਅੱਛਾ ਇਹ ਗਿਫਟ ਖੋਲ੍ਹ ਕੇ ਤਾਂ ਦੇਖ। ਪਰ ਉਸਨੇ ਸਾਰਾ ਸਮਾਨ ਚੁੱਕ ਕੇ ਟੇਬਲ 'ਤੇ ਰੱਖ ਦਿੱਤਾ। ਹੁਣ ਮੈਂ ਚੁੱਪ ਰਹਿਣ ਤੋਂ ਇਲਾਵਾ ਕੁਝ ਨਹੀਂ ਕਰ ਸਕਦਾ ਸੀ। ਇਸ ਲਈ ਮੈਂ ਚੁੱਪਚਾਪ ਬੈੱਡ 'ਤੇ ਪੈ ਗਿਆ। ਮੈਂ ਬੜੀ ਮੁਸ਼ਕਲ ਨਾਲ ਆਪਣੇ ਆਪ 'ਤੇ ਕੰਟਰੋਲ ਕੀਤਾ। ਮੇਰੀ ਫਿਤਰਤ ਅਜਿਹੀ ਨਹੀਂ ਸੀ ਕਿ ਮੈਂ ਉਸ ਦੇ ਨਾਲ ਜ਼ਬਰਦਸਤੀ ਕਰਦਾ। ਇਸ ਲਈ ਮੈਂ ਆਪਣੀ ਪਤਨੀ ਦੇ ਸਾਹਮਣੇ ਚੁੱਪ ਰਹਿੰਦਾ। ਹੌਲੀ ਹੌਲੀ ਨੀਲਮ ਨੇ ਮੇਰੀ ਮੁਹੱਬਤ ਦਾ ਫਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ। ਅਗਲੀ ਸੁਬਾਹ ਉਸਨੇ ਤਿਆਰ ਹੋਣ ਤੋਂ ਇਨਕਾਰ ਕਰ ਦਿੱਤਾ। ਨਾਸ਼ਤਾ ਵੀ ਮੇਰੇ ਨਾਲ ਬੈਠ ਕੇ ਨਹੀਂ ਕੀਤਾ। ਮੈਂ ਘਰ 'ਚ ਬੋਰ ਹੋ ਰਿਹਾ ਸੀ। ਜਦੋਂ ਮੇਰਾ ਘਰ 'ਚ ਕੋਈ ਕੰਮ ਹੀ ਨਹੀਂ ਸੀ ਤਾਂ ਮੈਂ ਆਪਣੀ ਦੁਕਾਨ 'ਤੇ ਚਲਾ ਗਿਆ। ਮੈਂ ਸੋਚਿਆ ਕਿ ਵਿਆਹ ਤੋਂ ਅਗਲੇ ਦਿਨ ਹੀ ਨਹੀਂ ਬਲਕਿ ਮੈਂ ਵਿਆਹ ਦੇ ਬਾਅਦ ਪੂਰੇ 1 ਹਫ਼ਤੇ ਤੱਕ ਛੁੱਟੀ ਕਰਾਂਗਾ। ਆਪਣੀ ਪਤਨੀ ਦੇ ਨਾਲ ਵਿਆਹ ਦੇ ਹਸੀਨ ਪਲ ਗੁਜ਼ਾਰਾਂਗਾ। ਪਰ ਮੇਰੀ ਪਤਨੀ ਤਾਂ ਮੇਰੇ ਨਾਲ ਗੱਲ ਤੱਕ ਨਹੀਂ ਕਰਦੀ ਸੀ। ਇਸ ਲਈ ਮੈਂ ਦੁਕਾਨ 'ਤੇ ਚਲਾ ਗਿਆ। ਮੈਨੂੰ ਦੇਖ ਕੇ ਸਾਰੇ ਹੈਰਾਨ ਹੋ ਰਹੇ ਸੀ ਤੇ ਕਹਿਣ ਲੱਗੇ, ਤੈਨੂੰ ਦੁਕਾਨ ਖੋਲ੍ਹਣ ਦੀ ਇੰਨੀ ਜਲਦੀ ਆ? ਤੈਨੂੰ ਆਪਣੀ ਪਤਨੀ 'ਤੇ ਧਿਆਨ ਦੇਣਾ ਚਾਹੀਦਾ। ਵਿਆਹ ਦੇ ਨਵੇਂ ਦਿਨਾਂ ਦੀ ਗੱਲ ਹੀ ਕੁਝ ਅਲੱਗ ਹੁੰਦੀ ਆ। ਇਹ ਦਿਨ ਬਹੁਤ ਬਾਅਦ ਵਿੱਚ ਵਾਪਸ ਨਹੀਂ ਆਉਂਦੇ। ਹੁਣ ਮੈਂ ਉਹਨਾਂ ਨੂੰ ਕੀ ਦੱਸਦਾ ਕਿ ਮੈਂ ਕਿਸ ਪਰੇਸ਼ਾਨੀ 'ਚ ਉਲਝ ਗਿਆ। ਸ਼ਾਮ ਦਾ ਟਾਈਮ ਹੋਇਆ ਤਾਂ ਮੈਂ ਦੁਕਾਨ 'ਤੇ ਇਕੱਲਾ ਬੈਠਾ ਸੀ ਜਦੋਂ ਉਹ ਜਵਾਨ ਕੁੜੀ ਆ ਕੇ ਮੇਰੇ ਸਾਹਮਣੇ ਖੜੀ ਹੋ ਗਈ ਤੇ ਮਠਿਆਈ ਨੂੰ ਬੜੀ ਗੌਰ ਨਾਲ ਦੇਖਣ ਲੱਗੀ। ਉਸ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਸਦੇ ਮੂੰਹ 'ਚ ਪਾਣੀ ਆ ਰਿਹਾ। ਅੱਜ ਮੈਂ ਆਪਣੀ ਪਤਨੀ ਦੀ ਵਜ੍ਹਾ ਨਾਲ ਪਰੇਸ਼ਾਨ ਸੀ। ਇਸ ਲਈ ਮੈਂ ਉਸ ਨੂੰ ਗੋਲਕ 'ਚੋਂ ਕੱਢ ਕੇ ਪੈਸੇ ਦੇ ਦਿੱਤੇ ਪਰ ਉਸਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਫਿਰ ਉਹ ਉੱਥੋਂ ਚਲੀ ਗਈ। ਸ਼ਾਮ ਨੂੰ ਜਦੋਂ ਮੈਂ ਦੁਕਾਨ ਬੰਦ ਕਰਕੇ ਘਰ ਵਾਪਸ ਆਇਆ ਤਾਂ ਮੇਰੇ ਘਰ ਇੱਕ ਅਜੀਬ ਜਿਹਾ ਹੰਗਾਮਾ ਹੋ ਰਿਹਾ ਸੀ। ਮੇਰੀ ਪਤਨੀ ਨੇ ਮੇਰੀਆਂ ਭੈਣਾਂ ਦੇ ਨਾਲ ਬਦਤਮੀਜ਼ੀ ਕੀਤੀ।
ਮੇਰੀਆਂ ਦੋਨੋਂ ਭੈਣਾਂ ਜੋ ਵਿਆਹ ਦੀ ਖੁਸ਼ੀ 'ਚ ਮੇਰੇ ਘਰ ਆਈਆਂ ਹੋਈਆਂ ਸੀ, ਮੇਰੀ ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਉਹ ਦੋਨੋਂ ਗੁੱਸੇ 'ਚ ਮੇਰੇ ਘਰ ਤੋਂ ਚਲੀਆਂ ਗਈਆਂ। ਉਹ ਅਜੇ ਮੇਰੇ ਘਰ ਤੋਂ ਹੋਰ ਰਹਿਣਾ ਚਾਹੁੰਦੀਆਂ ਸੀ ਕਿਉਂਕਿ ਆਪਣੀ ਨਵੀਂ ਭਾਬੀ ਦੇ ਨਾਲ ਕੁਝ ਦਿਨ ਬਿਤਾਉਣਾ ਚਾਹੁੰਦੀਆਂ ਸੀ। ਮਾਂ ਦੀ ਇਸ ਗੱਲ 'ਤੇ ਬਹੁਤ ਨਾਰਾਜ਼ ਸੀ ਕਿਉਂਕਿ ਅੱਜ ਤੋਂ ਪਹਿਲਾਂ ਕਦੇ ਵੀ ਸਾਡੇ ਘਰ 'ਚ ਔਰਤਾਂ ਵਿੱਚ ਕਦੇ ਕੋਈ ਲੜਾਈ ਨਹੀਂ ਹੋਈ ਸੀ। ਭਾਬੀ ਦਾ ਕਹਿਣਾ ਸੀ ਕਿ ਨੀਲਮ ਨੇ ਅੱਜ ਘਰ ਦੀਆਂ ਸਾਰੀਆਂ ਔਰਤਾਂ ਨਾਲ ਬਹੁਤ ਜਵਾਨ ਲੜਾਈ। ਮੇਰੀ ਭਾਬੀ ਨੇ ਕਦੇ ਕਿਸੇ ਨਾਲ ਬਦਤਮੀਜ਼ੀ ਨਹੀਂ ਕੀਤੀ ਸੀ। ਮੇਰੀ ਪਤਨੀ ਨੇ ਪਹਿਲੇ ਦਿਨ ਹੀ ਸਭ ਦਾ ਦਿਲ ਦੁਖਾ ਦਿੱਤਾ। ਉਸਨੇ ਘਰ ਦਾ ਕਾਫੀ ਸਾਰਾ ਸਮਾਨ ਚੁੱਕ ਕੇ ਸੁੱਟਣਾ ਸ਼ੁਰੂ ਕਰ ਦਿੱਤਾ, ਜਿਸ ਦੀ ਵਜ੍ਹਾ ਨਾਲ ਘਰ 'ਚ ਖਲਾਰਾ ਪਿਆ ਹੋਇਆ ਸੀ। ਘਰ ਦੀ ਸਫਾਈ ਮੇਰੀ ਭਾਬੀ ਕਰ ਰਹੀ ਸੀ ਜਦ ਕਿ ਮਾਂ ਆਪਣਾ ਸਿਰ ਫੜ ਕੇ ਬੈਠੀ ਸੀ। ਮੇਰੀ ਪਤਨੀ ਮੇਰੇ ਤੇ ਮੇਰੀ ਫੈਮਿਲੀ 'ਤੇ ਰੋਹਬ ਜਮਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਫਿਰ ਮੈਨੂੰ ਪਤਾ ਲੱਗਿਆ ਕਿ ਉਹ ਬਗਾਵਤ ਕਰ ਰਹੀ ਆ ਕਿਉਂਕਿ ਉਹ ਬਗਾਵਤ 'ਤੇ ਉੱਤਰ ਆਈ ਸੀ। ਉਹ ਇਸ ਰਿਸ਼ਤੇ ਨੂੰ ਨਿਭਾਉਣਾ ਹੀ ਨਹੀਂ ਚਾਹੁੰਦੀ, ਉਹ ਤਾਂ ਬਦਲਾ ਲੈ ਰਹੀ ਆ, ਸ਼ਾਇਦ ਇਸ ਗੱਲ ਦਾ ਕਿ ਉਸਦੇ ਪੇਰੈਂਟਸ ਨੇ ਉਸਦੀ ਪਸੰਦ ਨੂੰ ਅਹਿਮੀਅਤ ਨਹੀਂ ਦਿੱਤੀ, ਪਰ ਉਸਦਾ ਬਦਲਾ ਉਹ ਮੇਰੇ ਤੋਂ ਕਿਉਂ ਲੈ ਰਹੀ ਆ। ਮੈਂ ਉਸਨੂੰ ਪਿਆਰ ਨਾਲ ਸਮਝਾਇਆ। ਮੈਂ ਬਹੁਤ ਵੀਡੀਓ ਦੇਖੀਆਂ ਸੀ ਕਿ ਔਰਤਾਂ ਦੇ ਸਾਹਮਣੇ ਨਰਮੀ ਨਾਲ ਪੇਸ਼ ਆਉਣ 'ਤੇ ਔਰਤ ਤੁਹਾਡੇ ਨਾਲ ਚੰਗੇ ਤਰੀਕੇ ਨਾਲ ਪੇਸ਼ ਆਉਂਦੀ ਆ, ਪਰ ਮੈਂ ਵੀ ਇਸ ਪਿਆਰ ਮੁਹੱਬਤ ਨਾਲ ਸਭ ਕੁਝ ਸਮਝਾ ਰਿਹਾ ਸੀ। ਮੈਂ ਕਿਹਾ ਕਿ ਦੇਖ, ਜੇ ਇਹ ਹੁਣ ਤੇਰਾ ਘਰ ਆ, ਸਾਡਾ ਵਿਆਹ ਹੋ ਗਿਆ, ਰਹਿਣਾ ਤਾਂ ਤੂੰ ਹੁਣ ਇਸ ਮੇਰੇ ਨਾਲ ਹੀ ਆ। ਉਸਨੇ ਕਿਹਾ ਵਿਆਹ ਹੋ ਗਿਆ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਹਮੇਸ਼ਾ ਇੱਕ ਦੂਜੇ ਨਾਲ ਰਵਾਂਗੇ, ਕੋਈ ਹੋਰ ਵੀ ਰਸਤਾ ਨਿਕਲ ਸਕਦਾ। ਮੈਂ ਕਿਹਾ ਕੀ ਮਤਲਬ ਹੋਰ ਰਸਤਾ ਨਿਕਲ ਸਕਦਾ? ਆਖਰ ਤੂੰ ਕਹਿਣਾ ਕੀ ਚਾਹੁੰਦੀ ਆ? ਵਿਆਹ ਤੋਂ ਦੂਜੇ ਦਿਨ ਹੀ ਤੂੰ ਇਹ ਹੰਗਾਮਾ ਕਰ ਦਿੱਤਾ। ਭਲਾ ਕੋਈ ਨਵੀਂ ਨਵੇਲੀ ਦੁਲਹਨ ਨੂੰ ਇਹ ਕੰਮ ਸ਼ੋਭਾ ਦਿੰਦਾ? ਉਹ ਕਹਿਣ ਲੱਗੀ ਕਿ ਮੈਨੂੰ ਸਭ ਕੁਝ ਸ਼ੋਭਾ ਦਿੰਦਾ। ਮੇਰਾ ਮੰਨਣਾ ਕਿ ਜਦੋਂ ਕੁੜੀ ਦਾ ਵਿਆਹ ਜ਼ਬਰਦਸਤੀ ਉਸਦੀ ਮਰਜ਼ੀ ਦੇ ਖਿਲਾਫ ਕਰ ਦਿੱਤਾ ਜਾਵੇ ਤਾਂ ਉਸ ਨੂੰ ਆਪਣੇ ਸਹੁਰੇ ਘਰ ਜਾਣ ਤੋਂ ਬਾਅਦ ਇਸ ਤਰ੍ਹਾਂ ਹੀ ਕਰਨਾ ਚਾਹੀਦਾ। ਜੋ ਮੈਂ ਕਹਿਣਾ ਚਾਹੁੰਦੀ ਆ ਉਹ ਗੱਲ ਨੂੰ ਤੂੰ ਚੰਗੀ ਤਰ੍ਹਾਂ ਸਮਝ ਗਿਆ, ਫਿਰ ਤੂੰ ਕਰਦਾ ਕਿਉਂ ਨਹੀਂ? ਉਸ ਦੀ ਗੱਲ ਸੁਣ ਕੇ ਮੈਂ ਘਬਰਾ ਗਿਆ। ਮੈਂ ਕਿਹਾ ਤੂੰ ਪਾਗਲ ਹੋ ਗਈ ਆ? ਤੂੰ ਚਾਹੁੰਦੀ ਆ ਕਿ ਮੈਂ ਤੈਨੂੰ ਡਿਵੋਰਸ ਦੇ ਦੇਵਾਂ? ਅਸੀਂ ਇਸ ਤੋਂ ਇਲਾਵਾ ਵੀ ਤਾਂ ਕੋਈ ਰਸਤਾ ਕੱਢ ਸਕਦੇ ਹਾਂ। ਉਸਨੇ ਕਿਹਾ ਕਿ ਮੈਨੂੰ ਤੇਰੇ ਤੋਂ ਦੂਰ ਜਾਣ ਇਸ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ। ਮੈਂ ਕਿਹਾ ਚੁੱਪ ਹੋ ਜਾ, ਮੈਂ ਅਜਿਹਾ ਕਰਨ ਦੇ ਬਾਰੇ ਸੋਚ ਵੀ ਨਹੀਂ ਸਕਦਾ। ਉਸਨੇ ਕਹਿ ਤਾਂ ਫਿਰ ਠੀਕ ਆ, ਮੈਂ ਤੇਰੇ ਨਾਲ ਨਹੀਂ ਰਹਿਣਾ ਚਾਹੁੰਦੀ। ਮੈਂ ਕਿਹਾ ਦੇਖ, ਆਖਰ ਮੇਰੇ ਵਿੱਚ ਕੀ ਕਮੀ ਆ? ਮੈਂ ਤੈਨੂੰ ਬਹੁਤ ਖੁਸ਼ ਰੱਖਾਂਗਾ। ਉਸਨੇ ਕਿਹਾ ਲੇਕਿਨ ਪਰ ਮੇਰੀ ਖੁਸ਼ੀ ਤੇਰੇ ਨਾਲ ਨਹੀਂ। ਮੈਂ ਵਿਆਹ ਤੋਂ ਪਹਿਲਾਂ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਸੀ। ਇਸ ਤੋਂ ਪਹਿਲਾਂ ਮੇਰੀ ਫੈਮਿਲੀ ਨੂੰ ਮੇਰੀ ਪਸੰਦ ਬਾਰੇ ਪਤਾ ਚੱਲਦਾ। ਇਸ ਦੌਰਾਨ ਮੇਰੇ ਘਰ ਤੇਰਾ ਰਿਸ਼ਤਾ ਆ ਗਿਆ। ਮੇਰੀ ਫੈਮਿਲੀ ਨੇ ਤੇਰੇ ਰਿਸ਼ਤੇ ਲਈ ਹਾਂ ਕਰ ਦਿੱਤੀ ਅਤੇ ਮੇਰਾ ਵਿਆਹ ਤੇਰੇ ਨਾਲ ਹੋ ਗਿਆ। ਇਹੀ ਵਜ੍ਹਾ ਕਿ ਮੇਰੇ ਦਿਲ ਵਿੱਚ ਤੂੰ ਕਦੇ ਵੀ ਜਗ੍ਹਾ ਨਹੀਂ ਬਣਾ ਸਕਦਾ। ਮੈਂ ਕਿਹਾ ਮੈਂ ਮੰਨਦਾ ਕਿ ਵਿਆਹ ਤੋਂ ਬਾਅਦ ਬਹੁਤ ਸਾਰੀਆਂ ਕੁੜੀਆਂ ਨੂੰ ਪਿਆਰ ਹੋ ਜਾਂਦਾ, ਪਰ ਜਦੋਂ ਉਹਨਾਂ ਦਾ ਵਿਆਹ ਹੋ ਜਾਂਦਾ ਤਾਂ ਉਹ ਆਪਣੇ ਪਤੀ ਨੂੰ ਹੀ ਆਪਣਾ ਸਭ ਕੁਝ ਮੰਨਣ ਲੱਗ ਜਾਂਦੀਆਂ। ਤੂੰ ਵੀ ਇਸ ਤਰ੍ਹਾਂ ਕਰ, ਪੁਰਾਣਾ ਸਭ ਕੁਝ ਭੁੱਲ ਜਾ ਅਤੇ ਮੇਰੇ ਨਾਲ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ। ਉਹ ਕਹਿਣ ਲੱਗੀ ਇਹ ਕਦੇ ਨਹੀਂ ਹੋ ਸਕਦਾ। ਮੈਂ ਆਪਣਾ ਸਿਰ ਫੜ ਕੇ ਬੈਠ ਗਿਆ। ਸੋਹਣੀ ਕੁੜੀ ਦੇ ਚੱਕਰ 'ਚ ਮੇਰੇ 'ਤੇ ਇੱਕ ਆਫਤ ਆ ਗਈ ਸੀ। ਮੈਂ ਉਸ ਨੂੰ ਕਿਹਾ ਦੇਖ, ਮੈਂ ਤੇਰੇ ਸੰਜੋਗ ਵਿੱਚ ਲਿਖਿਆ ਹੋਇਆ, ਮੈਂ ਹੀ ਤੇਰੀ ਕਿਸਮਤ ਆ। ਹੁਣ ਇਹ ਮੇਰੀ ਖੁਸ਼ਕਿਸਮਤੀ ਆ ਕਿ ਤੂੰ ਮੈਨੂੰ ਮਿਲ ਗਈ ਅਤੇ ਤੂੰ ਇਸ ਨੂੰ ਆਪਣੀ ਖੁਸ਼ਕਿਸਮਤੀ ਨਹੀਂ ਸਮਝਦੀ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ। ਮੈਂ ਉਹਨਾਂ ਨੂੰ ਉਸ ਬੜੇ ਚੰਗੇ ਤਰੀਕੇ ਨਾਲ ਜਵਾਬ ਦੇ ਰਿਹਾ ਸੀ, ਪਰ ਉਸ ਦੀ ਸਮਝ ਵਿੱਚ ਕੁਝ ਵੀ ਨਹੀਂ ਆ ਰਿਹਾ ਸੀ। ਉਹ ਮੇਰੀ ਗੱਲ ਮੰਨਣ ਦੇ ਲਈ ਤਿਆਰ ਨਹੀਂ ਸੀ। ਇਹ ਗੱਲ ਮੈਂ ਕਿਸੇ ਵੀ ਹੱਦ ਤੱਕ ਬਰਦਾਸ਼ਤ ਨਹੀਂ ਕਰ ਸਕਦਾ ਸੀ। ਮੈਂ ਉਸ ਨੂੰ ਡਿਵੋਰਸ ਦੇ ਦੇਵਾਂ, ਪਰ ਉਹ ਹਰ ਵਕਤ ਮੂੰਹ 'ਚ ਅੰਗਿਆਰੇ ਹੀ ਸੁੱਟਦੀ ਸੀ। ਪੂਰੀ ਫੈਮਿਲੀ ਨਾਲ ਸਿੱਧੇ ਮੂੰਹ ਨਾਲ ਗੱਲ ਨਹੀਂ ਕਰਦੀ ਸੀ, ਹਰ ਵਕਤ ਉਲਟਾ ਜਵਾਬ ਦਿੰਦੀ। ਮੈਂ ਆਪਣੀ ਮਾਂ ਤੇ ਭਾਬੀ ਨੂੰ ਕਹਿ ਦਿੱਤਾ ਕਿ ਇਸ ਨੂੰ ਘਰ ਵਿੱਚ ਕੋਈ ਵੀ ਕੰਮ ਨਾ ਕਰਵਾਓ, ਘਰ 'ਚ ਨੌਕਰਾਨੀ ਰੱਖ ਦੇਵਾਂਗਾ। ਭਾਬੀ ਕਹਿਣ ਲੱਗੀ ਕਿ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮੈਂ ਸਾਰੇ ਕੰਮ ਕਰਦੀ ਸੀ, ਅੱਜ ਤੱਕ ਘਰ ਵਿੱਚ ਕੰਮ ਕਰਦੀ ਆ ਰਹੀ ਹਾਂ, ਅਤੇ ਫਿਰ ਤੇਰੀ ਪਤਨੀ ਸਾਰਾ ਦਿਨ ਘਰ 'ਚ ਆਰਾਮ ਕਿਉਂ ਕਰੇਗੀ? ਮੇਰੇ ਟਾਈਮ 'ਤੇ ਤਾਂ ਘਰ ਵਿੱਚ ਨੌਕਰਾਨੀ ਨਹੀਂ ਰੱਖੀ। ਮੈਂ ਕਿਹਾ ਭਾਬੀ, ਮੈਂ ਤੁਹਾਡੇ ਅੱਗੇ ਹੱਥ ਜੋੜਦਾ, ਹੁਣ ਨੌਕਰਾਨੀ ਆ ਜਾਵੇਗੀ ਤਾਂ ਤੁਹਾਨੂੰ ਵੀ ਕੰਮ ਨਹੀਂ ਕਰਨਾ ਪਵੇਗਾ, ਮੇਰੀ ਪਤਨੀ ਨੂੰ ਵੀ ਨਹੀਂ ਕੋਈ ਕੰਮ ਕਰਨਾ ਪਵੇਗਾ। ਪਲੀਜ਼ ਤੁਸੀਂ ਕੋਈ ਵੀ ਨੀਲਮ ਨੂੰ ਕੁਝ ਨਾ ਕਹੋ। ਜੇ ਉਹ ਕੁਝ ਕਰਦੀ ਆ ਤਾਂ ਉਸ ਨੂੰ ਕਰ ਲੈਣ ਦਿਓ, ਨਹੀਂ ਕਰਦੀ ਤਾਂ ਉਸ ਨੂੰ ਕੋਈ ਸਵਾਲ ਨਾ ਕਰਿਓ। ਮੈਂ ਘਰ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦਾ। ਪਹਿਲਾਂ ਹੀ ਮੈਂ ਇਸ ਵਿਆਹ ਤੋਂ ਬਹੁਤ ਪਰੇਸ਼ਾਨ ਰਹਿਣ ਲੱਗਿਆ। ਮੈਂ ਗੁੱਸਾ ਕਰਦਾ ਹੋਇਆ ਆਪਣੀ ਦੁਕਾਨ 'ਤੇ ਚਲਾ ਗਿਆ। ਮੈਂ ਫਿਰ ਉਸ ਕੁੜੀ ਨੂੰ ਦੇਖਿਆ। ਉਹ ਦੁਕਾਨ ਦੇ ਬਾਹਰ ਖੜੀ ਹੋਈ ਸੀ, ਖਾਣ ਪੀਣ ਦੇ ਸਮਾਨ ਨੂੰ ਬੜੀ ਗੌਰ ਨਾਲ ਦੇਖ ਰਹੀ ਸੀ। ਉਸ ਸਮੇਂ ਖਾਣਾ ਖਾ ਰਿਹਾ ਸੀ। ਜਦੋਂ ਮੈਂ ਉਸ ਨੂੰ ਆਪਣਾ ਲੰਚ ਦੇ ਦਿੱਤਾ ਕਿਉਂਕਿ ਮੇਰਾ ਖਾਣਾ ਖਾਣ ਨੂੰ ਮਨ ਹੀ ਨਹੀਂ ਕਰ ਰਿਹਾ ਸੀ, ਅਤੇ ਉਸਨੇ ਮੇਰਾ ਖਾਣਾ ਲੈਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ। ਫਿਰ ਮੈਂ ਉਸ ਨੂੰ ਪੈਸੇ ਦੇਣ ਲੱਗਿਆ ਤਾਂ ਉਸਨੇ ਪੈਸੇ ਵੀ ਨਾ ਲਏ, ਕਿਉਂਕਿ ਮੈਂ ਇਹੀ ਸੋਚ ਰਿਹਾ ਸੀ ਕਿ ਹਰ ਵਾਰ ਉਹ ਮੇਰੀ ਮਠਿਆਈ ਖਾਂਦੀ ਆ, ਉਸ ਦਾ ਮਨ ਭਰ ਜਾਂਦਾ ਹੋਵੇਗਾ। ਕਦੇ ਕਦੇ ਉਹ ਪੈਸੇ ਲੈ ਕੇ ਬਾਜ਼ਾਰ ਵਿੱਚੋਂ ਕੁਝ ਖਾ ਲਿਆ ਕਰੇ, ਪਰ ਉਹ ਪੈਸੇ ਲੈਂਦੀ ਹੀ ਨਹੀਂ ਸੀ।
ਉਹ ਖਾਣੇ ਤੋਂ ਵੀ ਇਨਕਾਰ ਕਰਕੇ ਉੱਥੋਂ ਚਲੀ ਗਈ, ਜਿਵੇਂ ਕਹਿ ਰਹੀ ਹੋਵੇ ਕਿ ਉਸ ਨੂੰ ਕੁਝ ਵੀ ਨਹੀਂ ਚਾਹੀਦਾ। ਪਤਾ ਨਹੀਂ ਉਹ ਕੁੜੀ ਕੌਣ ਸੀ, ਉਹਦਾ ਹੁਲੀਆ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਕੋਈ ਪਾਗਲ ਆ ਤੇ ਇੱਧਰ ਉੱਧਰ ਭੀਖ ਮੰਗਦੀ ਆ। ਪਰ ਮੈਂ ਉਸ ਨੂੰ ਕਦੇ ਵੀ ਲੋਕਾਂ ਤੋਂ ਪੈਸੇ ਮੰਗਦੀ ਨਹੀਂ ਦੇਖਿਆ ਸੀ। ਹੁਣ ਮੈਂ ਸਮਝ ਰਿਹਾ ਸੀ ਕਿ ਉਸ ਨੂੰ ਮੇਰੀ ਦੁਕਾਨ ਦੀ ਮਠਿਆਈ ਪਸੰਦ ਆ। ਉਸ ਦੇ ਜਾਣ ਤੋਂ ਬਾਅਦ ਮੈਂ ਆਪਣੀ ਪਤਨੀ ਬਾਰੇ ਸੋਚਣ ਲੱਗਿਆ। ਮੈਂ ਆਪਣੀ ਪਤਨੀ ਦੇ ਲਈ ਵੀ ਕੀ ਨਹੀਂ ਕਰਦਾ, ਉਸ ਨੂੰ ਹਰ ਗੱਲ ਮੰਨਦਾ, ਫਿਰ ਵੀ ਉਹ ਮੇਰੇ ਤੋਂ ਖੁਸ਼ ਨਹੀਂ। ਮੇਰੇ ਹਿਸਾਬ ਨਾਲ ਉਹ ਬਹੁਤ ਖੁਸ਼ਕਿਸਮਤ ਸੀ ਜਿਸ ਨੂੰ ਇੰਨਾ ਪਿਆਰ ਕਰਨ ਵਾਲਾ ਪਤੀ ਮਿਲਿਆ। ਮੈਂ ਤਾਂ ਉਸ ਦੇ ਮੂੰਹ 'ਚੋਂ ਨਿਕਲੀ ਹਰ ਗੱਲ ਨੂੰ ਬਰਦਾਸ਼ਤ ਕਰ ਰਿਹਾ ਸੀ। ਉਹ ਵਿਆਹ ਤੋਂ ਪਹਿਲਾਂ ਕਿਸੇ ਹੋਰ ਨੂੰ ਪਿਆਰ ਕਰਦੀ ਸੀ, ਮੈਨੂੰ ਇਸ ਗੱਲ 'ਤੇ ਵੀ ਕੋਈ ਪ੍ਰੋਬਲਮ ਨਹੀਂ ਸੀ। ਉਹ ਇੱਕ ਵਾਰ ਮੇਰੀ ਕਦਰ ਕਰਕੇ ਤਾਂ ਦੇਖਦੀ। ਮੈਂ ਸਾਰੀ ਜ਼ਿੰਦਗੀ ਉਸ ਦਾ ਗੁਲਾਮ ਬਣ ਕੇ ਰਹਿਣ ਲਈ ਤਿਆਰ ਸੀ। ਹਰ ਗੱਲ ਦੇ ਲਈ ਮੈਂ ਆਪਣੀ ਪਤਨੀ ਨੂੰ ਸਿਰਫ ਸਮਝਾ ਸਕਦਾ ਸੀ, ਕਿਉਂਕਿ ਉਹਦੀਆਂ ਹਰਕਤਾਂ ਤਾਂ ਅਜਿਹੀਆਂ ਸੀ ਕਿ ਵਿਆਹ ਦੇ ਪਹਿਲੇ ਦਿਨ ਹੀ ਉਸ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਸੀ। ਇੱਕ ਦਿਨ ਤਾਂ ਉਹ ਕਿਸੇ ਨਾਲ ਫੋਨ 'ਤੇ ਗੱਲ ਕਰ ਰਹੀ ਸੀ। ਮੈਂ ਕਿਹਾ, ਤੂੰ ਕਿਹਦੇ ਨਾਲ ਗੱਲ ਕਰ ਰਹੀ ਆ? ਕਹਿਣ ਲੱਗੀ, ਮੈਂ ਉਸ ਨਾਲ ਹੀ ਗੱਲ ਕਰ ਰਹੀ ਹਾਂ ਜਿਸ ਨੂੰ ਮੈਂ ਵਿਆਹ ਤੋਂ ਪਹਿਲਾਂ ਪਿਆਰ ਕਰਦੀ ਸੀ। ਮੇਰੇ ਦਿਲ 'ਚ ਉਸ ਦੇ ਲਈ ਪਿਆਰ ਅਜੇ ਵੀ ਘੱਟ ਨਹੀਂ। ਮੈਂ ਕਿਹਾ, ਇਹ ਕੀ ਹਰਕਤ ਆ? ਤੂੰ ਅਜੇ ਤੱਕ ਉਸ ਮੁੰਡੇ ਨੂੰ ਭੁੱਲੀ ਨਹੀਂ, ਤੂੰ ਜਾਣ-ਬੁੱਝ ਕੇ ਅਜਿਹੀਆਂ ਹਰਕਤਾਂ ਕਿਉਂ ਕਰ ਰਹੀ ਆ? ਤਾਂ ਮੈਂ ਤੈਨੂੰ ਛੱਡ ਦੇਵਾਂਗਾ। ਉਹ ਕਹਿਣ ਲੱਗੀ, ਅੱਛਾ ਤੈਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ? ਉਸ ਨੇ ਸਾਡਾ ਦੋਹਾਂ ਦਾ ਬੈੱਡ ਵੀ ਅਲੱਗ ਕਰ ਲਿਆ। ਮੈਂ ਬੈੱਡ 'ਤੇ ਸੌਂਦਾ ਤੇ ਉਹ ਸੋਫੇ 'ਤੇ ਸੌਂ ਜਾਂਦੀ। ਮੈਨੂੰ ਬੁਰਾ ਲੱਗਦਾ ਸੀ ਕਿ ਉਹ ਸਾਰੀ ਰਾਤ ਸੋਫੇ 'ਤੇ ਰਹਿੰਦੀ ਆ, ਉਸ ਨੂੰ ਚੰਗੀ ਤਰ੍ਹਾਂ ਨੀਂਦ ਵੀ ਨਹੀਂ ਆਉਂਦੀ ਹੋਵੇਗੀ। ਇਸ ਲਈ ਮੈਂ ਸੋਫੇ 'ਤੇ ਸੌਣਾ ਸ਼ੁਰੂ ਕਰ ਦਿੱਤਾ। ਮੈਨੂੰ ਨੀਂਦ ਨਹੀਂ ਆਉਂਦੀ ਸੀ, ਪਰ ਉਹ ਮਜ਼ੇ ਨਾਲ ਬੈੱਡ 'ਤੇ ਸੌਂਦੀ ਰਹਿੰਦੀ। ਉਸ ਦਾ ਬॉयਫ੍ਰੈਂਡ ਦੇ ਨਾਲ ਗੱਲਬਾਤ ਕਾਫੀ ਹੱਦ ਤੱਕ ਵੱਧ ਗਿਆ ਤੇ ਉਹ ਮੇਰੀ ਕੋਈ ਵੀ ਲਿਹਾਜ਼ ਨਹੀਂ ਕਰਦੀ ਸੀ। ਉਸ ਦੇ ਨਾਲ ਖੂਬ ਪਿਆਰ ਮੁਹੱਬਤ ਨਾਲ ਗੱਲ ਕਰਦੀ ਰਹਿੰਦੀ। ਇਹ ਸਭ ਕੁਝ ਦੇਖ ਕੇ ਮੈਨੂੰ ਗੁੱਸਾ ਆਉਂਦਾ, ਫਿਰ ਵੀ ਮੈਂ ਆਪਣੇ ਆਪ 'ਤੇ ਕੰਟਰੋਲ ਕਰ ਲੈਂਦਾ। ਉਸ ਨੂੰ ਮੇਰੀ ਕੋਈ ਫਿਕਰ ਨਹੀਂ ਸੀ। ਫਿਕਰ ਤਾਂ ਉੱਥੇ ਹੁੰਦੀ ਹੈ ਜਿੱਥੇ ਪਿਆਰ ਹੁੰਦਾ, ਜਿੱਥੇ ਪਿਆਰ ਹੀ ਨਹੀਂ ਉੱਥੇ ਫਿਕਰ ਕਿੱਥੋਂ ਹੋਵੇਗੀ। ਮੇਰੀ ਮੰਮੀ ਮੈਨੂੰ ਕਹਿੰਦੀ ਕਿ ਹੁਣ ਉਹ ਆਪਣੇ ਬॉयਫ੍ਰੈਂਡ ਨੂੰ ਮਿਲਣ ਦੇ ਲਈ ਵੀ ਜਾਣ ਲੱਗ ਗਈ ਆ, ਕਿਉਂਕਿ ਮੁਹੱਲੇ ਦੇ ਲੋਕਾਂ ਨੇ ਉਸ ਨੂੰ ਕਿਸੇ ਮੁੰਡੇ ਨਾਲ ਮਿਲਦੇ ਦੇਖਿਆ ਸੀ। ਇਸ ਲਈ ਸ਼ਿਕਾਇਤ ਮੇਰੇ ਘਰ ਤੱਕ ਪਹੁੰਚ ਗਈ। ਮੇਰੀ ਪਤਨੀ 'ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਸੀ। ਇਹੀ ਵਜ੍ਹਾ ਸੀ ਕਿ ਉਹ ਇੰਨੀ ਵਿਗੜ ਗਈ ਸੀ। ਉਹ ਚਾਹੁੰਦੀ ਸੀ ਕਿ ਮੈਂ ਕਿਸੇ ਤਰ੍ਹਾਂ ਉਸ ਨੂੰ ਛੱਡ ਦੇਵਾਂ ਤਾਂ ਕਿ ਉਹ ਆਪਣੇ ਪੁਰਾਣੇ ਆਸ਼ਕ ਦੇ ਨਾਲ ਆਸਾਨੀ ਨਾਲ ਵਿਆਹ ਕਰਵਾ ਸਕੇ। ਮੈਂ ਹਰ ਗੱਲ 'ਤੇ ਚੁੱਪ ਹੋ ਗਿਆ। ਮੈਂ ਉਸ ਲਈ ਇੰਨਾ ਕੁਝ ਬਰਦਾਸ਼ਤ ਕਰ ਰਿਹਾ ਸੀ, ਆਪਣੇ ਪੇਰੈਂਟਸ ਨੂੰ ਵੀ ਗੱਲਾਂ ਸੁਣਾ ਰਿਹਾ ਸੀ। ਉਹ ਵਾਰ-ਵਾਰ ਕਹਿ ਰਹੀ ਸੀ ਕਿ ਤੂੰ ਇਸ ਕੁੜੀ ਨੂੰ ਛੱਡ ਦੇ, ਤੇਰੇ ਲਈ ਠੀਕ ਨਹੀਂ, ਤੂੰ ਇਸ ਨੂੰ ਸਿਰ 'ਤੇ ਚੜ੍ਹਾ ਲਿਆ। ਮੇਰੀ ਮਾਂ ਦੀ ਤਾਂ ਇਹੀ ਖੁਆਇਸ਼ ਸੀ ਕਿ ਉਹ ਸੋਹਣੀ ਕੁੜੀ ਨੂੰ ਮੇਰੀ ਪਤਨੀ ਬਣਾਵੇ। ਹੁਣ ਮੇਰੀਆਂ ਖੁਸ਼ੀਆਂ ਨੂੰ ਨਜ਼ਰ ਲੱਗ ਗਈ ਸੀ। ਮੈਂ ਕੀ ਕਰ ਸਕਦਾ ਸੀ? ਮੇਰੀ ਪਤਨੀ ਮੇਰੀ ਜ਼ਿੰਦਗੀ 'ਚ ਆ ਤਾਂ ਗਈ, ਪਰ ਉਹ ਮੇਰੀ ਜ਼ਿੰਦਗੀ 'ਚ ਸ਼ਾਮਲ ਨਹੀਂ ਹੋਈ। ਮੈਨੂੰ ਉਸ ਤੋਂ ਅਜੇ ਤੱਕ ਇੱਕ ਪਲ ਵੀ ਪਿਆਰ ਨਹੀਂ ਮਿਲਿਆ ਸੀ। ਮੈਂ ਆਪਣੀ ਪਤਨੀ ਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਕਿ ਤੂੰ ਕੁਝ ਵੀ ਕਰ ਲਾ, ਪਰ ਮੈਂ ਤੈਨੂੰ ਛੱਡਣ ਵਾਲਾ ਨਹੀਂ। ਤੈਨੂੰ ਮੈਂ ਆਪਣੀ ਜ਼ਿੰਦਗੀ ਤੋਂ ਦੂਰ ਨਹੀਂ ਜਾਣ ਦੇਵਾਂਗਾ। ਮੈਂ ਤੇਰੀਆਂ ਬਹੁਤ ਗੱਲਾਂ ਮੰਨੀਆਂ, ਅੱਗੇ ਵੀ ਮੰਨਾਂਗਾ, ਤੇਰਾ ਖਿਆਲ ਰੱਖਾਂਗਾ। ਹੋ ਸਕੇ ਤੂੰ ਆਪਣੇ ਆਸ਼ਕ ਨੂੰ ਭੁੱਲ ਜਾ, ਵਰਨਾ ਉਹ ਮੇਰੇ ਹੱਥੋਂ ਮਾਰਿਆ ਜਾਵੇਗਾ। ਮੈਂ ਤੈਨੂੰ ਕਿਸੇ ਵੀ ਹਾਲਤ ਵਿੱਚ ਛੱਡਣ ਵਾਲਾ ਨਹੀਂ। ਪਰ ਉਹ ਸੀਨਾ ਤਾਣ ਕੇ ਮੇਰੇ ਸਾਹਮਣੇ ਖੜੀ ਹੋ ਜਾਂਦੀ ਕਿ ਮੈਂ ਆਪਣੇ ਪੇਰੈਂਟਸ ਨੂੰ ਵੀ ਬਹੁਤ ਚੰਗੇ ਤਰੀਕੇ ਨਾਲ ਸਮਝਾ ਦਿੱਤਾ ਸੀ ਕਿ ਉਹ ਕੁਝ ਵੀ ਕਰੇ, ਤੁਸੀਂ ਉਸ ਦੇ ਲਈ ਨਹੀਂ ਬੋਲਣਾ। ਉਸ ਦਾ ਚੱਕਰ ਆਪਣੇ ਆਸ਼ਕ ਦੇ ਨਾਲ ਅਜੇ ਵੀ ਚੱਲ ਰਿਹਾ ਹੈ। ਨਾ ਉਹ ਮੁੰਡਾ ਪਿੱਛੇ ਹਟਣ ਵਾਲਿਆਂ ਵਿੱਚੋਂ ਨਹੀਂ ਸੀ ਤੇ ਨਾ ਹੀ ਮੇਰੀ ਪਤਨੀ। ਮੈਂ ਇਸ ਮੈਟਰ ਵਿੱਚ ਕਿਸੇ ਦਿਨ ਆਰਾਮ ਨਾਲ ਆਪਣੀ ਪਤਨੀ ਨਾਲ ਗੱਲ ਕਰਨ ਬਾਰੇ ਸੋਚਿਆ। ਮੈਂ ਆਪਣੀ ਦੁਕਾਨ 'ਤੇ ਬੜਾ ਪਰੇਸ਼ਾਨ ਬੈਠਾ। ਹਰ ਵਾਰ ਦੀ ਤਰ੍ਹਾਂ ਉਹ ਕੁੜੀ ਫਿਰ ਮੇਰੀ ਦੁਕਾਨ ਦੇ ਕੋਲ ਆ ਕੇ ਖੜੀ ਹੋ ਗਈ ਤੇ ਮਠਿਆਈ ਦੇਖਣ ਲੱਗ ਗਈ। ਅੱਜ ਮੈਂ ਉਸ ਕੁੜੀ ਨੂੰ ਦੁਕਾਨ ਦੇ ਅੰਦਰ ਬੁਲਾ ਲਿਆ ਤੇ ਉਸ ਨੂੰ ਬੈਠਣ ਦੇ ਲਈ ਕੁਰਸੀ ਦੇ ਦਿੱਤੀ। ਅੱਜ ਮੈਂ ਪਹਿਲੀ ਵਾਰ ਉਸ ਨਾਲ ਬਹੁਤ ਨਜ਼ਦੀਕ ਤੋਂ ਦੇਖਿਆ। ਮੈਂ ਆਪਣੀ ਦੁਕਾਨ ਤੋਂ ਸਭ ਤੋਂ ਮਹਿੰਗੀ ਤੇ ਬੈਸਟ ਮਠਿਆਈ ਪਲੇਟ 'ਚ ਰੱਖ ਕੇ ਉਸ ਨੂੰ ਖਾਣ ਨੂੰ ਦਿੱਤੀ। ਉਹ ਬੈਠੀ ਮਠਿਆਈ ਖਾ ਰਹੀ ਸੀ ਤੇ ਖੁਸ਼ ਵੀ ਹੋ ਰਹੀ ਸੀ। ਮਠਿਆਈ ਖਾਣ ਤੋਂ ਬਾਅਦ ਉਸਨੇ ਪਲੇਟ ਇੱਕ ਸਾਈਡ 'ਤੇ ਰੱਖ ਦਿੱਤੀ ਤੇ ਉਹ ਆਪਣੇ ਸਰੀਰ ਨੂੰ ਬੁਰੀ ਤਰ੍ਹਾਂ ਖਾਜ ਕਰ ਰਹੀ ਸੀ। ਉਹ ਆਪਣੇ ਕੱਪੜਿਆਂ ਨੂੰ ਚੁੱਕ ਕੇ ਖੁਜਲੀ ਕਰ ਰਹੀ ਸੀ। ਮੈਨੂੰ ਉਸ ਦੀ ਇਹ ਹਰਕਤ ਬਹੁਤ ਅਜੀਬ ਲੱਗੀ। ਉਹ ਜਵਾਨ ਕੁੜੀ ਸੀ, ਉਸ ਨੂੰ ਆਪਣੇ ਸਰੀਰ ਨੂੰ ਢੱਕ ਕੇ ਰੱਖਣਾ ਚਾਹੀਦਾ ਸੀ, ਪਰ ਉਹ ਕੁੜੀ ਇਸ ਤਰ੍ਹਾਂ ਰਿਐਕਟ ਕਰ ਰਹੀ ਸੀ ਜਿਵੇਂ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ। ਉਸ ਦਾ ਹੁਲੀਆ ਵੀ ਬਹੁਤ ਗੰਦਾ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਦਿਨਾਂ ਤੋਂ ਨਹਾਤੀ ਨਹੀਂ, ਜਿਸ ਦੀ ਵਜ੍ਹਾ ਕਰਕੇ ਉਸ ਦੇ ਸਰੀਰ 'ਤੇ ਖੁਰਕ ਹੋ ਰਹੀ ਆ। ਪਰ ਇਸ ਦੌਰਾਨ ਜਦੋਂ ਉਹ ਪਾਗਲਾਂ ਦੀ ਤਰ੍ਹਾਂ ਆਪਣੇ ਸਰੀਰ 'ਤੇ ਖੁਰਕ ਕਰ ਰਹੀ ਸੀ, ਫਿਰ ਮੇਰੀ ਨਜ਼ਰ ਉਸ ਦੇ ਸਰੀਰ 'ਤੇ ਕੁਝ ਅਜਿਹੇ ਹਿੱਸਿਆਂ 'ਤੇ ਪਈ ਜਿੱਥੇ ਮੇਰੀ ਨਜ਼ਰ ਨਹੀਂ ਜਾਣੀ ਚਾਹੀਦੀ ਸੀ। ਪਰ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਉਸ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ, ਕਿਉਂਕਿ ਉਹ ਕੁੜੀ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਲੱਗੇ ਹੋਏ ਸੀ। ਉਹ ਕੁੜੀ ਦੇਖਣ ਵਿੱਚ ਬਹੁਤ ਮਾਸੂਮ ਲੱਗ ਰਹੀ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਵਿਚਾਰੀ 'ਤੇ ਬਹੁਤ ਹੀ ਅਤਿਆਚਾਰ ਹੁੰਦਾ ਹੋਵੇ, ਉਸ ਦੀ ਕੁੱਟਮਾਰ ਕੀਤੀ ਗਈ ਹੋਵੇ। ਪਰ ਉਹ ਮਾਸੂਮ ਨੂੰ ਕੌਣ ਕੁੱਟਦਾ ਸੀ? ਥੋੜ੍ਹੀ ਦੇਰ ਮੇਰੀ ਦੁਕਾਨ 'ਚ ਬੈਠਣ ਤੋਂ ਬਾਅਦ ਉਹ ਚਲੀ ਗਈ। ਉਹ ਕੁਝ ਬੋਲਦੀ ਨਹੀਂ ਸੀ, ਸ਼ਾਇਦ ਉਹ ਗੂੰਗੀ ਸੀ। ਮੈਂ ਆਪਣੀ ਦੁਕਾਨ 'ਤੇ
ਛੋਟੂ ਨੂੰ ਬੈਠਾ ਰਹਿਣ ਦੇ ਲਈ ਕਹਿ ਕੇ ਪਤਾ ਨਹੀਂ ਕਿਉਂ ਉਸ ਦੇ ਪਿੱਛੇ ਪਿੱਛੇ ਦੇਖਣ ਚਲਾ ਗਿਆ ਕਿ ਉਹ ਕਿੱਥੇ ਜਾਂਦੀ ਆ, ਕਿਸ ਤੋਂ ਭੀਖ ਮੰਗਦੀ ਆ। ਬਸ ਉਹ ਇੱਧਰ ਉੱਧਰ ਘੁੰਮ ਰਹੀ ਸੀ। ਥੋੜ੍ਹੀ ਦੇਰ ਬਾਅਦ ਉਹ ਇੱਕ ਘਰ 'ਚ ਚਲੀ ਗਈ। ਮੈਂ ਕੁਝ ਮੁੰਡਿਆਂ ਨੂੰ ਉਸ ਦੇ ਘਰ ਦੇ ਅੰਦਰ ਜਾਂਦੇ ਹੋਏ ਦੇਖਿਆ। ਉਹਨਾਂ ਮੁੰਡਿਆਂ 'ਚੋਂ ਇੱਕ ਮੁੰਡੇ ਨੇ ਉਸ ਨੂੰ ਧੱਕੇ ਦੇ ਨਾਲ ਘਰ ਦੇ ਅੰਦਰ ਕਰ ਲਿਆ। ਮਤਲਬ ਕਿ ਉਸ ਦਾ ਬਿਹੇਵੀਅਰ ਉਸ ਕੁੜੀ ਦੇ ਨਾਲ ਬਿਲਕੁਲ ਵੀ ਠੀਕ ਨਹੀਂ ਸੀ। ਉਸ ਜਗ੍ਹਾ ਦੇ ਸਾਹਮਣੇ ਇੱਕ ਚਾਹ ਦਾ ਹੋਟਲ ਬਣਿਆ ਹੋਇਆ ਸੀ। ਮੈਂ ਉਸ ਹੋਟਲ ਦੇ ਮਾਲਕ ਕੋਲ ਗਿਆ ਤੇ ਉਸ ਨੂੰ ਪੁੱਛਿਆ ਕਿ ਇਹ ਕੁੜੀ ਕੌਣ ਆ, ਇਹਨਾਂ ਮੁੰਡਿਆਂ ਦੀ ਕੀ ਲੱਗਦੀ ਆ। ਉਸ ਆਦਮੀ ਨੇ ਮੈਨੂੰ ਦੱਸਿਆ ਕਿ ਇਸ ਕੁੜੀ ਦਾ ਇਸ ਦੁਨੀਆ 'ਚ ਕੋਈ ਵੀ ਨਹੀਂ, ਇਹਦੇ ਮਾਤਾ ਪਿਤਾ ਮਰ ਗਏ ਆ। ਕੁਝ ਸਮਾਂ ਪਹਿਲਾਂ ਇਹ ਆਪਣੇ ਪੇਰੈਂਟਸ ਦੇ ਨਾਲ ਇਸ ਘਰ 'ਚ ਰਹਿੰਦੀ ਸੀ, ਪਰ ਇਸ ਨੂੰ ਇੱਕ ਗਹਿਰਾ ਸਦਮਾ ਲੱਗਿਆ ਜਿਸ ਦੀ ਵਜ੍ਹਾ ਕਰਕੇ ਇਹ ਉਲਟੀਆਂ ਸਿੱਧੀਆਂ ਹਰਕਤਾਂ ਕਰਨ ਲੱਗੀ। ਇਸ ਦੀ ਦਿਮਾਗੀ ਹਾਲਤ ਖਰਾਬ ਹੋ ਗਈ। ਇਸ ਦੇ ਪੇਰੈਂਟਸ ਨੇ ਉੱਪਰ ਵਾਲਾ ਪੋਰਸ਼ਨ ਜੌਬ ਕਰਨ ਵਾਲੇ ਮੁੰਡਿਆਂ ਨੂੰ ਰੈਂਟ 'ਤੇ ਦੇ ਦਿੱਤਾ ਹੋਇਆ। ਇਹਦੇ ਪੇਰੈਂਟਸ ਦੇ ਮਰਨ ਤੋਂ ਬਾਅਦ ਉਹਨਾਂ ਮੁੰਡਿਆਂ ਨੇ ਇਸ ਘਰ 'ਤੇ ਕਬਜ਼ਾ ਕਰ ਲਿਆ ਤੇ ਇਸ ਕੁੜੀ ਨੂੰ ਆਪਣਾ ਹੋਸ਼ ਨਹੀਂ ਰਹਿੰਦਾ। ਇਹ ਸੁਬਾਹ ਘਰ ਤੋਂ ਨਿਕਲਦੀ ਆ, ਇੱਧਰ ਉੱਧਰ ਘੁੰਮਦੀ ਰਹਿੰਦੀ ਆ। ਇਹ ਮੁੰਡੇ ਇਸ ਨਾਲ ਮਾਰਕੁੱਟ ਕਰਦੇ ਆ, ਇਸ ਦੇ ਨਾਲ ਬੁਰਾ ਸਲੂਕ ਕਰਦੇ ਆ, ਜੋ ਮਨ ਕਰਦਾ ਉਹ ਕਰਦੇ ਆ। ਸਾਰਾ ਦਿਨ ਇਹ ਕੁੜੀ ਪਤਾ ਨਹੀਂ ਕਿੱਥੇ ਗੁਜ਼ਾਰਦੀ ਆ। ਜਦੋਂ ਇਹ ਘਰ ਆਉਂਦੀ ਆ ਤਾਂ ਇਹਨਾਂ ਮੁੰਡਿਆਂ ਦਾ ਬਿਹੇਵੀਅਰ ਇਸ ਦੇ ਨਾਲ ਠੀਕ ਨਹੀਂ ਹੁੰਦਾ। ਮੈਂ ਉਸ ਆਦਮੀ ਨੂੰ ਕਿਹਾ ਕਿ ਇੱਥੇ ਇੰਨਾ ਕੁਝ ਹੋ ਰਿਹਾ, ਫਿਰ ਤੁਸੀਂ ਇਸ ਕੁੜੀ ਦੀ ਮਦਦ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਇਹਨਾਂ ਮੁੰਡਿਆਂ ਦੇ ਖਿਲਾਫ ਪੁਲਿਸ ਵਿੱਚ ਕੰਪਲੇਂਟ ਦਰਜ ਕਿਉਂ ਨਹੀਂ ਕਰਵਾਈ? ਉਹ ਕਹਿਣ ਲੱਗਿਆ, ਮਾਲਕ ਅਸੀਂ ਗਰੀਬ ਲੋਕ ਆ, ਅਸੀਂ ਆਪਣੇ ਕੰਮ ਨਾਲ ਕੰਮ ਰੱਖਦੇ ਹਾਂ। ਥੋੜ੍ਹੀ ਦੇਰ ਉਸ ਕੁੜੀ ਨੂੰ ਦੇ ਬਾਰੇ ਜਾਂਚ ਪੜਤਾਲ ਕਰਨ ਤੋਂ ਬਾਅਦ ਮੈਂ ਵਾਪਸ ਘਰ ਆ ਗਿਆ। ਮੈਂ ਛੋਟੂ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਉਹ ਦੁਕਾਨ ਬੰਦ ਕਰ ਦੇਵੇ। ਘਰ ਆਇਆ ਤਾਂ ਪਤਾ ਲੱਗਿਆ ਮੇਰੀ ਪਤਨੀ ਨੇ ਮੇਰੀ ਭਾਬੀ ਨਾਲ ਬਦਤਮੀਜ਼ੀ ਕੀਤੀ। ਉਸ ਦਾ ਮੇਰੀ ਮੰਮੀ ਨਾਲ ਵੀ ਝਗੜਾ ਹੋਇਆ। ਉਸ ਨੇ ਭਾਬੀ ਨੂੰ ਇੱਟ ਮਾਰ ਦਿੱਤੀ ਜਿਸ ਨਾਲ ਭਾਬੀ ਦੇ ਸਿਰ 'ਤੇ ਸੱਟ ਲੱਗ ਗਈ। ਮੇਰਾ ਭਰਾ ਭਾਬੀ ਨੂੰ ਹਸਪੀਟਲ ਲੈ ਕੇ ਗਿਆ। ਮੇਰੀ ਭਾਬੀ ਦਰਦ ਨਾਲ ਤੜਫ ਰਹੀ ਸੀ। ਅੱਜ ਤੱਕ ਮੇਰੇ ਘਰ 'ਚ ਅਜਿਹਾ ਕੁਝ ਨਹੀਂ ਹੋਇਆ ਸੀ। ਮੈਨੂੰ ਆਪਣੀ ਪਤਨੀ 'ਤੇ ਬੜਾ ਹੀ ਗੁੱਸਾ ਆਇਆ। ਮੈਂ ਫੈਸਲਾ ਕਰਨ ਦੇ ਲਈ ਮਜਬੂਰ ਹੋ ਗਿਆ ਜੋ ਮੈਂ ਨਹੀਂ ਕਰਨਾ ਚਾਹੁੰਦਾ ਸੀ। ਮੈਂ ਆਪਣੀ ਪਤਨੀ ਨੂੰ ਡਿਵੋਰਸ ਦੇ ਦਿੱਤਾ ਤੇ ਘਰ 'ਚੋਂ ਕੱਢ ਦਿੱਤਾ। ਉਹ ਆਪਣੇ ਕੰਮ ਵਿੱਚ ਕਾਮਯਾਬ ਹੋ ਗਈ। ਮੈਂ ਕਿਹਾ, ਪਰ ਖਬਰਦਾਰ ਜੇ ਤੂੰ ਮੇਰੇ ਘਰ ਵਿੱਚੋਂ ਕੋਈ ਸਮਾਨ ਲਿਆ, ਜੋ ਸਮਾਨ ਤੇਰੇ ਪੇਰੈਂਟਸ ਨੇ ਤੈਨੂੰ ਦਿੱਤਾ ਉਹ ਮੈਂ ਖੁਦ ਤੇਰੇ ਘਰ ਪਹੁੰਚਾ ਦੇਵਾਂਗਾ। ਉਹ ਸ਼ਾਇਦ ਇਹ ਸਮਝਦੀ ਸੀ ਕਿ ਸਾਡੇ ਘਰ ਦਾ ਜਿੰਨਾ ਵੀ ਕੀਮਤੀ ਸਮਾਨ ਆ ਉਹ ਆਪਣੇ ਨਾਲ ਲੈ ਜਾਵੇਗੀ, ਪਰ ਮੈਂ ਉਸ ਨੂੰ ਕਿਸੇ ਵੀ ਚੀਜ਼ ਨੂੰ ਹੱਥ ਤੱਕ ਨਹੀਂ ਲਾਉਣ ਦਿੱਤਾ ਤੇ ਘਰ 'ਚੋਂ ਕੱਢ ਦਿੱਤਾ। ਭਾਬੀ ਅਜੇ ਵੀ ਹਸਪੀਟਲ 'ਚ ਐਡਮਿਟ ਸੀ। ਕੁਝ ਦਿਨਾਂ ਬਾਅਦ ਭਾਬੀ ਘਰ ਆ ਗਈ। ਮੇਰੀ ਪਤਨੀ ਦੇ ਜਾਣ ਤੋਂ ਬਾਅਦ ਘਰ 'ਚ ਅਜੀਬ ਜਿਹਾ ਸਕੂਨ ਫੈਲ ਗਿਆ, ਕਿਉਂਕਿ ਉਸਨੇ ਮੇਰੀ ਭਾਬੀ ਤੇ ਮੇਰੀਆਂ ਭੈਣਾਂ ਤੇ ਮਾਂ ਨੂੰ ਬਹੁਤ ਹੀ ਪਰੇਸ਼ਾਨ ਕੀਤਾ ਸੀ। ਜਿਸ ਦਿਨ ਤੋਂ ਮੇਰਾ ਵਿਆਹ ਹੋਇਆ ਸੀ, ਮੇਰੀਆਂ ਭੈਣਾਂ ਨੀਲਮ ਦੀ ਵਜ੍ਹਾ ਕਰਕੇ ਘਰ 'ਚ ਨਹੀਂ ਆਈਆਂ ਸੀ। ਕੁਝ ਦਿਨ ਇਸੇ ਤਰ੍ਹਾਂ ਹੀ ਲੰਘ ਗਏ। ਫਿਰ ਮੈਂ ਇੱਕ ਨਵਾਂ ਕੰਮ ਕਰਨ ਦਾ ਫੈਸਲਾ ਕੀਤਾ। ਮੈਂ ਇੱਕ ਮੀਡੀਆ ਰਿਪੋਰਟਰ ਫਰੈਂਡ ਨੂੰ ਲਿਆ ਤੇ ਪੁਲਿਸ ਨੂੰ ਵੀ ਫੋਨ ਕਰ ਦਿੱਤਾ। ਮੈਂ ਆਪਣੇ ਬਾਕੀ ਦੇ ਫਰੈਂਡਸ ਨੂੰ ਬੁਲਾ ਲਿਆ ਤੇ ਮੈਂ ਉਹਨਾਂ ਸਾਰਿਆਂ ਦੇ ਨਾਲ ਉਸ ਕੁੜੀ ਦੀ ਮਦਦ ਦੇ ਲਈ ਚਲਾ ਗਿਆ, ਕਿਉਂਕਿ ਉਸ ਕੁੜੀ ਦੀ ਕਹਾਣੀ ਸੁਣ ਕੇ ਮੈਨੂੰ ਬਹੁਤ ਹੀ ਅਫਸੋਸ ਹੋਇਆ ਕਿ ਇਕੱਲੀ ਕੁੜੀ ਦਾ ਤਾਂ ਇਸ ਜ਼ਮਾਨੇ 'ਚ ਵੈਸੇ ਵੀ ਬਹੁਤ ਫਾਇਦਾ ਚੁੱਕਿਆ ਜਾਂਦਾ। ਉਸ ਕੁੜੀ ਦੀ ਤਾਂ ਦਿਮਾਗੀ ਹਾਲਤ ਵੀ ਠੀਕ ਨਹੀਂ, ਉਸ ਨੂੰ ਕਿਸੇ ਦੀ ਮਦਦ ਦੀ ਜ਼ਰੂਰਤ ਸੀ। ਇਸ ਲਈ ਮੈਂ ਉਸ ਦੀ ਮਦਦ ਕਰਨ ਦੇ ਲਈ ਸਭ ਦੇ ਨਾਲ ਉਸ ਦੇ ਘਰ ਪਹੁੰਚ ਗਿਆ। ਉਸ ਕੁੜੀ ਨੂੰ ਪੁੱਛਿਆ ਗਿਆ ਕਿ ਮੁੰਡੇ ਤੇਰੇ ਨਾਲ ਕੀ ਕਰਦੇ ਆ। ਮੇਰੇ ਰਿਪੋਰਟਰ ਦੋਸਤ ਨੇ ਉਸ ਨੂੰ ਬਹੁਤ ਸਾਰੇ ਸਵਾਲ ਕੀਤੇ। ਉਹ ਮੁੰਡੇ ਵੀ ਸਾਫ਼ ਮੁੱਕਰ ਗਏ, ਉਹਨਾਂ ਨੇ ਕੁਝ ਨਹੀਂ ਕੀਤਾ, ਪਰ ਉਸ ਕੁੜੀ ਦੇ ਸਰੀਰ 'ਤੇ ਲੱਗੇ ਨਿਸ਼ਾਨ ਇਹ ਗਵਾਹੀ ਦੇ ਰਹੇ ਸੀ ਕਿ ਉਸ ਦੇ ਨਾਲ ਮਾਰਕੁੱਟ ਕੀਤੀ ਜਾਂਦੀ ਆ। ਪੁਲਿਸ ਉੱਥੇ ਆਈ ਤਾਂ ਪੁਲਿਸ ਨੇ ਉਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ। ਉਸ ਕੁੜੀ ਨੂੰ ਬੜੇ ਪਿਆਰ ਨਾਲ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਉਸ ਨੇ ਉਹਨਾਂ ਮੁੰਡਿਆਂ ਦੇ ਬਾਰੇ ਦੱਸਿਆ ਕਿ ਉਹ ਰਾਤ ਨੂੰ ਉਸ ਦੇ ਨਾਲ ਬਦਤਮੀਜ਼ੀ ਕਰਦੇ, ਉਸ ਨੂੰ ਕੁੱਟਦੇ ਮਾਰਦੇ ਆ। ਘਰ ਦੀ ਤਲਾਸ਼ੀ ਲਈ ਗਈ ਤਾਂ ਘਰ 'ਚੋਂ ਸਿਗਰਟਾਂ, ਤਾਸ਼ ਦੇ ਪੱਤੇ, ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ। ਉਹ ਰਾਤ ਨੂੰ ਨਸ਼ਾ ਕਰਨ ਤੋਂ ਬਾਅਦ ਉਸ ਕੁੜੀ ਨੂੰ ਇਸਤੇਮਾਲ ਕਰਦੇ ਸੀ। ਸਾਰਾ ਦਿਨ ਉਹ ਕੁੜੀ ਇੱਧਰ ਉੱਧਰ ਭਟਕਦੀ ਰਹਿੰਦੀ। ਉਹਨਾਂ ਮੁੰਡਿਆਂ ਨੇ ਉਸ ਦੇ ਘਰ 'ਤੇ ਵੀ ਕਬਜ਼ਾ ਕਰ ਲਿਆ। ਕੁੜੀ ਦਾ ਇਲਾਜ ਹਸਪੀਟਲ 'ਚ ਚੱਲ ਰਿਹਾ ਸੀ। ਮੈਂ ਇਸ ਕੁੜੀ ਦੇ ਇਲਾਜ ਦੀ ਜ਼ਿੰਮੇਵਾਰੀ ਲਈ। ਉਹ ਸਭ ਦੇ ਸਾਹਮਣੇ ਉਸ ਕੁੜੀ ਨਾਲ ਵਿਆਹ ਕਰਵਾਉਣ ਲਈ ਕਿਹਾ, ਪਰ ਪੁਲਿਸ ਨੇ ਕਿਹਾ ਕਿ ਜਦੋਂ ਤੱਕ ਇਸ ਕੁੜੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੋ ਜਾਂਦੀ, ਤੇਰਾ ਉਸ ਨਾਲ ਵਿਆਹ ਨਹੀਂ ਹੋ ਸਕਦਾ। ਮੈਂ ਉਸ ਕੁੜੀ ਦੇ ਠੀਕ ਹੋਣ ਦੀ ਉਡੀਕ ਕਰ ਰਿਹਾ ਸੀ। ਫਿਰ ਕੁਝ ਸਮੇਂ ਬਾਅਦ ਰੱਬ ਦੀ ਕਿਰਪਾ ਨਾਲ ਉਹ ਕੁੜੀ ਬਿਲਕੁਲ ਠੀਕ ਹੋ ਗਈ। ਮੈਂ ਉਸ ਦੀ ਮਰਜ਼ੀ ਨਾਲ ਉਸ ਨਾਲ ਵਿਆਹ ਕਰਵਾ ਲਿਆ, ਪਰ ਇਸ ਦੌਰਾਨ ਮੈਨੂੰ ਨੀਲਮ ਦੇ ਬਾਰੇ ਪਤਾ ਲੱਗਿਆ, ਜਿਸ ਮੁੰਡੇ ਦੇ ਨਾਲ ਉਸ ਦਾ ਅਫੇਅਰ ਚੱਲ ਰਿਹਾ ਸੀ। ਮੇਰੇ ਘਰ ਵਿੱਚ ਜਾਣ ਤੋਂ ਬਾਅਦ ਉਸ ਦੇ ਕੋਲ ਚਲੀ ਗਈ, ਪਰ ਉਸ ਨੇ ਪੂਰੇ 2 ਮਹੀਨੇ ਤੱਕ ਉਸ ਦਾ ਇਸਤੇਮਾਲ ਕੀਤਾ। ਉਸ ਨਾਲ ਵਿਆਹ ਨਹੀਂ ਕਰਵਾਇਆ, ਫਿਰ ਉਸ ਨੂੰ ਛੱਡ ਦਿੱਤਾ। ਨੀਲਮ ਹੁਣ ਦਰ ਦੀਆਂ ਠੋਕਰਾਂ ਖਾ ਰਹੀ ਆ। ਉਸ ਦੇ ਪੇਰੈਂਟਸ ਵੀ ਉਸ ਨੂੰ ਐਕਸੈਪਟ ਕਰਨ ਦੇ ਲਈ ਤਿਆਰ ਨਹੀਂ। ਜਿਸ ਮੁੰਡੇ ਦੇ ਲਈ ਉਸ ਨੇ ਮੈਨੂੰ ਛੱਡਿਆ ਸੀ, ਉਹ ਮੁੰਡਾ ਉਸ ਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਚਲਾ ਗਿਆ। ਮੇਰੀ ਪਤਨੀ ਹੁਣ ਮੇਰੇ ਘਰ ਆ ਚੁੱਕੀ ਆ। ਉਹ ਮੇਰੀ ਮਾਂ ਦਾ ਬਹੁਤ ਖਿਆਲ ਰੱਖਦੀ ਆ, ਘਰ 'ਚ ਸਾਰੇ ਕੰਮ ਕਰਦੀ ਆ। ਮੇਰੇ ਘਰ ਵਿੱਚ ਹੁਣ
ਬਹੁਤ ਸੁੱਖ ਸ਼ਾਂਤੀ ਆ, ਘਰ ਵਿੱਚ ਬਹੁਤ ਖੁਸ਼ਹਾਲੀ ਆ। ਮੈਂ ਉਸ ਦੀ ਹਰ ਖੁਆਇਸ਼ ਪੂਰੀ ਕਰਦਾ। ਆਖਰਕਾਰ ਉਹ ਵਿਚਾਰੀ ਪਤਾ ਨਹੀਂ ਕਦੋਂ ਤੋਂ ਚੰਗੀ ਜ਼ਿੰਦਗੀ ਦੇ ਲਈ ਤਰਸ ਰਹੀ ਸੀ। ਜੇ ਉਹਨਾਂ ਮੁੰਡਿਆਂ ਦੇ ਨਾਲ ਰਹਿੰਦੀ ਤਾਂ ਮੁੰਡੇ ਪਤਾ ਨਹੀਂ ਕੀ ਕਰਦੇ, ਪਹਿਲਾਂ ਹੀ ਉਸ ਦਾ ਕਾਫੀ ਨੁਕਸਾਨ ਕਰ ਚੁੱਕੇ ਸੀ। ਮੇਰੀ ਪਤਨੀ ਨੂੰ ਅੱਜ ਵੀ ਆਪਣੀ ਪੁਰਾਣੀ ਜ਼ਿੰਦਗੀ ਦੇ ਬਾਰੇ ਸਭ ਯਾਦ ਆਉਂਦਾ ਤਾਂ ਉਹ ਬਹੁਤ ਉਦਾਸ ਹੋ ਜਾਂਦੀ ਆ ਤੇ ਮੇਰਾ ਬਹੁਤ ਅਹਿਸਾਨ ਮੰਨਦੀ ਆ ਕਿ ਤੁਹਾਡੀ ਵਜ੍ਹਾ ਕਰਕੇ ਅੱਜ ਮੈਂ ਸਹੀ ਸਲਾਮਤ ਆਪਣੀ ਜ਼ਿੰਦਗੀ ਗੁਜ਼ਾਰ ਰਹੀ ਹਾਂ, ਵਰਨਾ ਪੂਰੀ ਤਰ੍ਹਾਂ ਪਾਗਲ ਹੋ ਜਾਂਦੀ। ਨੀਲਮ ਨੇ ਮੇਰੇ ਨਾਲ ਜੋ ਕੀਤਾ ਉਸ ਦੀ ਸਜ਼ਾ ਉਸ ਨੂੰ ਰੱਬ ਨੇ ਦੇ ਦਿੱਤੀ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਜਾਇਓ। ਜੇ ਚੈਨਲ ਤੇ ਕਹਾਣੀ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ।